Hello to all of you, welcome back to our channel We Are Knowledge। चलो ਅੱਜ ਦਾ ਜਿਹੜਾ ਟੌਪਿਕ ਆਪਣੇ ਕੋਲ ਹੈ ਗ੍ਰਾਮਰ, ਇੰਗਲਿਸ਼ ਦੀ ਗ੍ਰਾਮਰ, ਜਿਸ ਦੇ ਵਿੱਚ ਆਪਾਂ ਕੀ ਕਰਨਾ ਅੱਜ ਯੂਜ਼ਸ ਆਫ ਵੁੱਡ ਕਰਾਂਗੇ। ਆਪਾਂ ਉਸ ਤੋਂ ਪਹਿਲਾਂ ਆਪਾਂ ਥੋੜੀ ਗੱਲ ਕਰ ਲਈਏ ਕਿ ਫੋਲੋ ਕਰ ਲਓ ਸਾਨੂੰ ਇੰਸਟਾਗ੍ਰਾਮ ਦੇ ਉੱਤੇ ਜੀ, ਸਬਸਕ੍ਰਾਈਬ ਕਰਨਾ ਸਾਨੂੰ YouTube ਦੇ ਉੱਤੇ ਚੈਨਲ ਸਾਡਾ We Are Knowledge। WhatsApp ਨੰਬਰ ਹੈਗਾ ਸਾਡਾ 9872594011 9872594011। ਚਲੋ ਜੀ ਪਹਿਲਾਂ ਕਿ ਆਪਾਂ ਦੇਖੀਏ ਕਿ ਆਪਣਾ ਜਿਹੜਾ YouTube ਤੇ ਚੈਨਲ ਹੈ ਜੀ ਉਹਦੇ ਤੇ 419 ਸਬਸਕ੍ਰਾਈਬਰ ਹੋ ਚੁੱਕੇ ਨੇ। ਆਪਣੀ ਪਪੂਲਰ ਵੀਡੀਓਜ਼ ਨੇ ਜਿੱਤੇ 3500 ਤੋਂ ਉੱਤੇ ਵਿਊ ਹੋ ਚੁੱਕੇ ਨੇ। ਫਿਰ ਮਸਟ ਦੀ ਵੀਡੀਓ, ਇੰਡੈਫੀਨਿਟ ਵੋਕੈਬਲਰੀ ਹੋ ਗਿਆ ਜਾਂ ਪੀਟੀ ਦੇ ਐਸੇ ਪੁਆਇੰਟਸ ਹੋ ਗਏ ਜਾਂ ਪੀਟੀ ਰੀਆਰਡਰ ਹੁਣ ਚਾਹੀਦੇ, ਹੁਣ ਤੁਹਾਨੂੰ ਇੰਟਰੋਡਕਸ਼ਨ ਚਾਹੀਦੀ ਹੋਵੇ ਪੀਟੀ ਦੀ, ਐਸ ਟਾਸਕ 2 ਚਾਹੀਦਾ ਹੋਵੇ ਜਾਂ ਮੈਥ ਦੀ ਗੱਲ ਹੋਵੇ, ਜੋ ਮਰਜ਼ੀ ਹੋਵੇ ਤੁਸੀਂ ਇੱਥੇ ਚੈੱਕ ਕਰ ਸਕਦੇ ਹੋ। ਪਲੇਲਿਸਟਾਂ ਜਿਹੜੀਆਂ ਬਣੀਆਂ ਇੱਥੇ ਆ ਕੇ ਦੇਖੋ ਤੁਸੀਂ, ਉਹਨਾਂ ਵਿੱਚ ਤੁਹਾਨੂੰ ਹਰ ਇੱਕ ਤਰ੍ਹਾਂ ਦਾ ਮਟੀਰੀਅਲ ਮਿਲ ਜੂਗਾ, ਤੁਸੀਂ ਇੱਥੋਂ ਚੱਕ ਸਕਦੇ ਹੋ। ਨਹੀਂ ਪਤਾ ਲੱਗਦਾ ਤੁਹਾਨੂੰ ਮੈਸੇਜ ਕਰ ਦਿਓ, ਫੋਨ ਕਰੋ, ਠੀਕ ਹੈ ਜੀ। ਅੱਗੇ ਆਪਣੇ ਕੋਲ ਜਿਹੜਾ ਇੰਸਟਾਗ੍ਰਾਮ ਤੇ ਪੇਜ ਹੈ ਜੀ We Are Knowledge, ਜਿਹਦੇ 360 ਪੋਸਟ ਹੋ ਚੁੱਕੀਆਂ ਨੇ, 417 ਫੋਲੋਵਰਸ ਨੇ ਆਪਣੇ। ਉਹਦੇ ਵਿੱਚ ਆਪਾਂ ਰੋਜ਼ ਜਿਹੜੀਆਂ ਫੋਟੋਆਂ ਪਾਉਂਦੇ ਉਹਦੇ ਨਾਲ ਕੀ ਵੋਕੈਬ ਵੀ ਹੁੰਦੀ ਆ ਆਪਣੀ, ਜਿਵੇਂ ਕਿ ਹੈਗੀ ਕੈਂਡਡ ਵਰਡ ਸੀਗਾ, ਠੀਕ ਹੈ ਜੀ। ਜਿਵੇਂ ਕਿ ਆਹ ਹੈਗਾ ਅੰਡਰਟੇਕਰ, ਜੰਡਾਲ ਜਿਹੜੇ ਹੁੰਦੇ ਨੇ ਉਹਨਾਂ ਨੂੰ ਕਿਹਾ ਜਾਂਦਾ ਹੈ। ਨਹੀਂ ਹਾਰਸਿਸ ਦੇ ਵਿੱਚ ਦੱਸਿਆ ਜਾਂਦਾ ਵੀ ਹੋਰ ਦਾ ਹਾਰਸਿਸ ਕੀ ਹੁੰਦੇ ਨੇ, ਵੋਕੈਬ ਵੀ ਦੱਸੀ ਜਾਊਗੀ। ਤੁਸੀਂ ਇੱਥੇ ਫੋਲੋ ਕਰਕੇ ਤੁਹਾਨੂੰ ਕੀ ਆ ਕਾਫੀ ਜ਼ਿਆਦਾ ਕੀ ਹੈ ਪ੍ਰੋਫਿਟ ਹੀ ਹੋ ਸਕਦਾ ਤੁਹਾਨੂੰ, ਠੀਕ ਹੈ। ਜਿੱਦਾਂ ਗੁੱਡ ਮਾਰਨਿੰਗ ਦੇ ਨਾਲ ਤੁਹਾਨੂੰ ਕੋਈ ਥਾਟ ਮਿਲ ਸਕਦਾ, ਜਿਵੇਂ ਕਿ ਆਈਡੀਆ ਮੈਂ ਅੰਡਰ ਦਾ ਵੈਦਰ, ਇਸ ਤਰੀਕੇ ਦੀਆਂ ਤੁਹਾਨੂੰ ਸਾਰੀਆਂ ਇਹਦੇ ਵਿੱਚ ਮਿਲ ਸਕਦੀਆਂ। ਤੁਸੀਂ ਚੈੱਕ ਕਰੋ, ਤੁਹਾਨੂੰ ਵਧੀਆ ਲੱਗੇ ਤਾਂ ਫੋਲੋ ਕਰੋ ਤੁਸੀਂ, ਠੀਕ ਹੈ, ਨਾਲੇ ਐਪਰੀਸ਼ੀਏਟ ਕਰੋ ਸਾਨੂੰ। ਚਲੋ ਵਾਪਸ ਆਉਂਦੇ ਆਪਾਂ ਵੀਡੀਓ ਦੇ ਉੱਤੇ। ਨੈਕਸਟ ਆਪਣੇ ਕੋਲ ਕੀ ਅੱਜ ਦਾ ਜਿਹੜਾ ਟੌਪਿਕ ਹੈ ਯੂਜ਼ਸ ਆਫ ਵੁੱਡ, ਵੀ ਵੁੱਡ ਦੇ ਜਿਹੜੇ ਯੂਜ਼ਸ ਹੋਣਗੇ ਉਹ ਕਿੰਨੇ ਹੋਣਗੇ। ਅੱਛਾ, ਜਿਹੜੇ ਯੂਜ਼ਸ ਨੇ ਮੈਨੂੰ ਪਤਾ ਹੈ ਉਹ ਕੀ 7 ਨੇ ਮੇਰੇ ਕੋਲ। ਆਪਾਂ ਇੱਕ ਤੋਂ ਇੱਕ ਕਰੀ ਚੱਲ ਜਾਵਾਂਗੇ ਕਿਵੇਂ ਕਿਵੇਂ ਵੀਡੀਓਜ਼ ਤੇ ਆਪਾਂ ਅਕੋਰਡਿੰਗ ਚੱਲਣਾ ਚੱਲਣਾ। ਫਸਟ ਯੂਜ਼ ਹੈ ਜਿਹੜਾ ਆਪਾਂ ਉਹ ਦੇਖੀਏ ਪਹਿਲਾਂ। ਫਸਟ ਯੂਜ਼ ਆਫ ਵੁੱਡ ਜਿਹੜਾ ਕਿ ਯੂਜ਼ ਕੀਤਾ ਜਾਂਦਾ ਉਦੋਂ ਫॉर ਰਿਕੁਐਸਟ। ਆਪਾਂ ਫॉर ਰਿਕੁਐਸਟ ਤੋਂ ਵੀ ਪਹਿਲਾਂ ਆਪਾਂ ਵੁੱਡ ਦੇਖ ਲਈਏ ਕੀ ਹੈ ਜੀ। ਵੁੱਡ ਜ਼ਿਆਦਾਤਰ ਜਿਹੜਾ ਪੜ੍ਹ ਕੇ ਅੱਖਰ ਆਪਾਂ ਨੂੰ ਐ ਲੱਗਦਾ ਹੁੰਦਾ ਵੀ ਪਾਸਟ ਦੀ ਗੱਲ ਕਰੀ ਜਾਊਗੀ ਇਹਦੇ ਵਿੱਚ, ਠੀਕ ਹੈ। ਜਾਂ ਆਪਾਂ ਸਕੂਲਾਂ ਵਿੱਚ ਦੱਸਿਆ ਜਾਂਦਾ ਵੁੱਡ ਕੀ ਹੈ, ਵਿਲ ਦਾ ਪਾਸਟ ਬਣਾਇਆ ਗਿਆ ਵੁੱਡ ਬਣ ਜਾਂਦਾ, ਜਿਵੇਂ ਕਿ ਸ਼ੈੱਲ ਦਾ ਸ਼ੁੱਡ ਬਣਾ ਲੈਂਦੇ ਆ। ਨਹੀਂ ਨਹੀਂ ਨਹੀਂ, ਇਹੋ ਜਿਹਾ ਕੁਛ ਨਹੀਂ ਹੈਗੀ ਜੀ ਗੱਲ ਦੀ। ਗੱਲ ਕੀ ਹੈ, ਵੁੱਡ ਦੇ ਕੇਸਿਸ ਹੋਰ ਹੋਣਗੇ, ਵਿਲ ਦੇ ਕੇਸਿਸ ਹੋਰ ਹੋਣਗੇ। ਉਵੇਂ ਹੀ ਵੁੱਡ ਦੇ ਕੇਸਿਸ ਦੇ ਵਿੱਚ ਆਪਾਂ ਇਹ ਸਮਝ ਲਈਏ ਕਿ ਪਾਸਟ ਹੈ ਜਿਹੜਾ ਡਿਨੋਟ ਕਰਦੇ ਆ ਉਹ ਇੱਕ ਕੇਸ ਮੰਨ ਸਕਦੇ ਆ ਕਿਸੇ ਹਿਸਾਬ ਨਾਲ, ਪਰ ਐ ਨਹੀਂਗਾ ਹਮੇਸ਼ਾ ਉਹਨੂੰ ਵੁੱਡ ਨੂੰ ਦੇਖ ਕੇ ਐਂ ਲੱਗਿਆ ਜਾਵੇ ਕਿ ਪਾਸਟ ਹੀ ਆ ਪਾਸਟ ਹੀ ਆ। ਨਹੀਂ, ਵੁੱਡ ਦੇ 7 ਯੂਜ਼ਸ ਨੇ, ਆਪਾਂ ਉਹ ਸਿੱਖਾਂਗੇ ਕਿਵੇਂ ਨੇ। ਉਹਨਾਂ ਵਿੱਚੋਂ ਸਭ ਤੋਂ ਪਹਿਲਾਂ ਆਉਂਦਾ ਫॉर ਰਿਕੁਐਸਟ, ਠੀਕ ਹੈ ਜੀ। ਜਿਵੇਂ ਕਿ ਜਦੋਂ ਵੀ ਤੁਹਾਨੂੰ ਕੀ ਲੋੜ ਪੈ ਜਾਏ ਕਿ ਤੁਸੀਂ ਰਿਕੁਐਸਟ ਕਰਨੀ ਹੋਵੇ ਕਿਸੇ ਨੂੰ, ਤੁਸੀਂ ਪਲੀਜ਼ ਵਰਡ ਯੂਜ਼ ਕਰਦੇ ਹੋਵੋਗੇ, ਠੀਕ ਹੈ। ਪਲੀਜ਼ ਵੀ ਧਿਆਨ ਰੱਖੋ, ਵਿਲ, ਕੈਨ, ਇਹ ਦੋਨਾਂ ਦੇ ਨਾਲ ਜਿਹੜਾ ਪਲੀਜ਼ ਵਰਡ ਲੱਗਦਾ ਹੁੰਦਾ ਹੈ। ਵੁੱਡ ਤੇ ਕੁੱਡ ਦੇ ਨਾਲ ਕਦੇ ਪਲੀਜ਼ ਵਰਡ ਨਹੀਂ ਲੱਗੂਗਾ, ਕਿਉਂਕਿ ਵੁੱਡ ਤੇ ਕੁੱਡ ਦੇ ਵਿੱਚ ਪਹਿਲਾਂ ਹੀ ਇੱਕ ਕੀ ਰਿਕੁਐਸਟ ਜ਼ਿਆਦਾ ਆ ਜੂਗੀ। ਤੁਹਾਨੂੰ ਕੀ ਆ ਉਹ ਹੱਥ ਜੋੜ ਕੇ ਪਹਿਲਾਂ ਹੀ ਡਿੱਗਿਆ ਹੋਊ ਪੈਰਾਂ ਵਿੱਚ ਵੀ ਕਿਆ ਰਿਕੁਐਸਟ ਹੈ ਮੇਰੀ, ਹੈਨਾ। ਤੇ ਜਿਹੜਾ ਵਿਲ ਤੇ ਕੈਨ ਉਹਦੇ ਨਾਲ ਤੁਸੀਂ ਪਲੀਜ਼ ਲਗਾ ਸਕਦੇ ਹੋ। ਪਲੀਜ਼ ਵਰਡ ਜਿਹੜਾ ਕਿ ਆਪਾਂ ਕਹਿੰਦੇ ਨੇ ਕਿਰਪਾ ਕਰਕੇ ਮੈਨੂੰ ਆਹ ਕੰਮ ਕਰ ਦਿਓ ਮੇਰੇ ਲਈ, ਉਦੋਂ ਰਿਕੁਐਸਟ ਕਰਨ ਵੇਲੇ ਵਿਲ ਤੇ ਕੈਨ ਵੇਲੇ ਪਲੀਜ਼ ਲੱਗ ਸਕਦਾ। ਵੁੱਡ ਤੇ ਕੁੱਡ ਦੇ ਨਾਲ ਪਲੀਜ਼ ਕਦੇ ਨਹੀਂ ਲੱਗੂਗਾ, ਇਹ ਤੁਸੀਂ ਧਿਆਨ ਰੱਖ ਸਕਦੇ ਹੋ, ਠੀਕ ਹੈ, ਜ਼ਰੂਰ ਜੀ। ਚਲੋ ਫॉर ਰਿਕੁਐਸਟ ਬਾਰੇ ਦੇਖੀਏ ਕੀ ਹੈ। ਜਦੋਂ ਵੀ ਆਪਾਂ ਕਿਸੇ ਨੂੰ ਰਿਕੁਐਸਟ ਕਰਨੀ ਹੋਵੇ, ਲਾਈਕ ਮੈਨੂੰ ਉਹ ਸਮਾਨ ਚਾਹੀਦਾ, ਕਿਰਪਾ ਕਰਕੇ ਮੈਨੂੰ ਉਹ ਸਮਾਨ ਦਿੱਤਾ ਜਾਵੇ, ਜਾਂ ਮੈਨੂੰ ਥੋੜ੍ਹਾ ਜਿਹਾ ਸਮਾਂ ਦੇ ਦਿਓ ਮੈਂ ਅਲੱਗ ਬਹਿਣਾ ਚਾਹੁੰਦਾ, ਜਾਂ ਮੈਨੂੰ ਥੋੜ੍ਹਾ ਸਮਾਂ ਨੂੰ ਪੜ੍ਹਨ ਦਿਓ ਹਜੇ, ਰਿਕੁਐਸਟ ਕਰਦੇ ਜਦੋਂ ਵੀ ਕਦੇ ਆਪਾਂ, ਮੇਰਾ ਫੋਨ ਮੈਨੂੰ ਦੇ ਦਿਓ, ਰਿਕੁਐਸਟ ਕੀਤੀ ਹੈ, ਠੀਕ, ਥੋੜ੍ਹੀ ਸਾਈਡ ਦੇ ਦਿਓ, ਮੈਂ ਅੱਗੇ ਨਿਕਲਣਾ ਚਾਹੁੰਦਾ, ਰਿਕੁਐਸਟ ਕੀਤੀ ਹੈ। ਉਹ ਰਿਕੁਐਸਟ ਵੇਲੇ ਆਪਾਂ ਜਦੋਂ ਵੀ ਕਿਤੇ ਗੱਲ ਕਰਨੀ ਹੋਵੇ ਤਾਂ ਵੁੱਡ ਲੈ ਕੇ ਗੱਲ ਕਰੋ। ਜਿਵੇਂ ਕਿ ਆਪਾਂ ਰਿਕੁਐਸਟ ਵਿੱਚ ਇਹ ਗੱਲ ਕਰ ਸਕਦੇ ਹਾਂ, ਇੱਕ ਸੈਂਟੈਂਸ ਲਿਖਦੇ ਆਪਾਂ, ਵੁੱਡ ਯੂ ਹੁਣ ਇਹ ਸੈਂਟੈਂਸ ਆਪਣੇ ਕੋਲ ਆਪਾਂ ਇਹ ਚੈੱਕ ਕਰੀਏ ਕਿਵੇਂ ਲਿਖਿਆ ਗਿਆ। ਫॉर ਰਿਕੁਐਸਟ ਵਿੱਚ ਆਪਾਂ ਯੂਜ਼ ਕੀਤਾ ਵੁੱਡ ਯੂ ਗਿਵ ਮੀ ਸਮ ਸਪੇਸ। ਕਹਿੰਦੇ ਕੀ ਹੈ ਕਿ ਤੁਸੀਂ ਮੈਨੂੰ ਕੁਝ ਕੁ ਸਪੇਸ ਦੇ ਦੋਗੇ। ਥੋੜੀ ਸਪੇਸ ਮਤਲਬ ਕੀ ਹੋ ਗਿਆ, ਐ ਨਹੀਂ ਗਾ ਥੋੜਾ ਜਿਹਾ ਰਾਹ ਛੱਡ ਦਿਓ, ਜਾਂ ਮੈਨੂੰ ਥੋੜਾ ਜਿਹਾ ਅਲੱਗ ਬੈਠਣ ਨੂੰ ਦੇ ਦਿਓ, ਜਾਂ ਮੇਰੇ ਵਾਸਤੇ ਕੀ ਇਕੱਲਾਪਨ ਦੇ ਦਿਓ ਮੈਨੂੰ, ਕਿ ਮੈਂ ਥੋੜਾ ਇਕੱਲਾ ਰਹਿਣਾ ਚਾਹੁੰਦਾ, ਮੈਨੂੰ ਥੋੜੀ ਇਕੱਲਾਪਨ ਦਿਓ, ਹਨਾ ਵੀ ਮੈਂ ਅਲੱਗ ਰਹਿਣਾ ਚਾਹੁੰਦਾ, ਥੋੜਾ ਜਿਹਾ ਅਲੋਨ ਰਹਿਣਾ ਚਾਹੁੰਦਾ। ਉਦੋਂ ਆਪਾਂ ਕੀ ਹੈ ਵੁੱਡ ਯੂਜ਼ ਕੀਤਾ ਰਿਕੁਐਸਟ ਦੇ ਲਈ, ਹਨਾ। ਜੇ ਕੋਈ ਤੰਗ ਕਰੀ ਜਾਂਦਾ ਆਪਾਂ ਕੀ ਕਹਤਾ, ਵੁੱਡ ਯੂ ਗਿਵ ਮੀ ਸਮ ਸਪੇਸ, ਮੈਨੂੰ ਥੋੜਾ ਜਿਹਾ ਕੀ ਸਪੇਸ ਦੇ ਦਿਓ ਕਿ ਮੈਨੂੰ ਥੋੜਾ ਜਿਹਾ ਇਕੱਲਾ ਮੈਂ ਰਹਿਣਾ ਚਾਹੁੰਦਾ, ਥੋੜੀ ਥਾਂ ਦੇ ਦਿਓ, ਹਨਾ। ਲੱਗ ਰਿਹਾ ਕਿ ਮੈਂ ਬਹਿ ਕੇ ਆਪਦਾ ਸੋਚਣਾ ਚਾਹੁੰਦਾ, ਉਹ ਹੋ ਗਿਆ ਵੁੱਡ ਯੂ ਗਿਵ ਮੀ ਸਮ ਸਪੇਸ। ਆਪਾਂ ਥੋੜਾ ਇਰੀਟੇਸ਼ਨ ਹੋ ਹੀ ਜਾਂਦੇ ਜਦੋਂ, ਉਦੋਂ ਆਹ ਯੂਜ਼ ਕਰ ਸਕਦੇ ਆਪਾਂ ਵੁੱਡ ਯੂ ਗਿਵ ਮੀ ਸਮ ਸਪੇਸ। ਨਾਲੇ ਬੋਲੋ, ਨਾਲੇ ਕੀ ਆਪਾਂ ਪਤਾ ਲੱਗ ਜਾਏ ਸਪੀਕਿੰਗ ਵਿੱਚ ਕੀ ਕੁਛ ਹੋਣਾ ਚਾਹੀਦਾ, ਠੀਕ ਹੈ। ਜਦੋਂ ਵੀ ਰਿਕੁਐਸਟ ਕਰਨੀ ਹੈ ਕਿਸੇ ਵੀ ਚੀਜ਼ ਵੇਲੇ ਤਾਂ ਵੁੱਡ ਯੂ ਗਿਵ ਮੀ ਸਮ ਸਪੇਸ, ਇਸ ਤਰੀਕੇ ਯੂਜ਼ ਕਰਾਂਗੇ ਆਪਾਂ। ਨੈਕਸਟ ਕਰਦੇ ਹਾਂ ਆਪਾਂ ਜੀ
ਨੈਕਸਟ ਆ ਗਿਆ ਆਪਣੇ ਕੋਲ ਜਦੋਂ ਆਪਾਂ ਕਿਸੇ ਨੂੰ ਲਾਈਕਿੰਗਸ 'ਚ ਯੂਜ਼ ਕਰਨਾ ਹੋਵੇ। ਫॉर ਲਾਈਕਿੰਗ ਕੀ ਪਸੰਦ ਵੇਲੇ ਹੈ ਨਾ, ਜਦੋਂ ਮੈਨੂੰ ਚੀਜ਼ਾਂ ਪਸੰਦ ਨੇ ਉਵੇਂ ਆਪਾਂ ਉਦੋਂ ਯੂਜ਼ ਕਰਨਾ ਹੋਵੇ ਤਾਂ ਵੀ ਵੁੱਡ ਯੂਜ਼ ਹੋ ਜਾਂਦਾ ਹੈ। ਜਿਵੇਂ ਕਿ ਸੈਂਟੈਂਸ ਆਪਾਂ ਸੋਚਦੇ ਹਾਂ ਉਸ ਤੋਂ ਪਹਿਲਾਂ ਵੀ ਸਮਝ ਲਓ ਵੀ ਜਦੋਂ ਵੀ ਕਿਸੇ ਨੇ ਮੈਨੂੰ ਕਹਿਤਾ ਵੀ ਮੈਨੂੰ ਸਮਾਰਟਫੋਨ ਪਸੰਦ ਹੈ, ਮੈਨੂੰ 3 ਕੈਮਰੇ ਵਾਲੇ ਫੋਨ ਪਸੰਦ ਹੈ, ਜਾਂ ਕੀ ਹੈ ਮੈਨੂੰ ਬੁੱਕਸ ਰੀਡਿੰਗ ਕਰਨਾ ਪਸੰਦ ਹੈ, ਇਹ ਜਦੋਂ ਵੀ ਪਸੰਦ ਦੀ ਗੱਲ ਆਉਂਦੀ ਹੈ ਫॉर ਲਾਈਕਿੰਗਸ ਉਦੋਂ ਵੀ ਵੁੱਡ ਦਾ ਯੂਜ਼ ਕੀਤਾ ਜਾ ਸਕਦਾ। ਜਿਵੇਂ ਆਪਾਂ ਨੂੰ ਇਹ ਚੀਜ਼ ਨਹੀਂ ਪਤਾ ਹੁੰਦਾ ਵੁੱਡ ਯੂਜ਼ ਹੋ ਜਾਂਦਾ ਉੱਥੇ, ਤਾਂ ਆਹ ਚੀਜ਼ਾਂ ਆਪਾਂ ਨੋਟ ਕਰ ਰਹੇ ਹਾਂ। ਫॉर ਲਾਈਕਿੰਗ ਜਦੋਂ ਮੈਨੂੰ ਪਸੰਦ ਦੀ ਗੱਲ ਆਊਗੀ ਤਾਂ ਵੀ ਆਪਾਂ ਵੁੱਡ ਯੂਜ਼ ਕਰ ਸਕਦੇ ਹਾਂ। ਜਿਵੇਂ ਕਿ ਸੈਂਟੈਂਸ ਸੋਚ ਲੈਣੇ ਇੱਕ ਆਪਾਂ ਕੀ ਹੈ, ਸੈਂਟੈਂਸ ਹੈਗਾ ਆਈ ਵੁੱਡ ਇੱਥੇ ਲਾਈਕ ਜਾਂ ਆਪਾਂ ਕੀ ਲਵ ਵੀ ਲਿਖ ਸਕਦੇ ਹਾਂ। ਉਹ ਆਈ ਵੁੱਡ ਲਾਈਕ ਜਾਂ ਲਵ ਟੂ ਹੈਵ ਆ ਕੱਪ ਆਫ ਟੀ। ਕੀ ਸੈਂਟੈਂਸ ਬਣਿਆ ਆਈ ਵੁੱਡ ਲਾਈਕ ਟੂ ਹੈਵ ਏ ਕੱਪ ਆਫ ਟੀ ਜਾਂ ਆਈ ਵੁੱਡ ਲਵ ਟੂ ਹੈਵ ਏ ਕੱਪ ਆਫ ਟੀ। ਮਤਲਬ ਮੈਨੂੰ ਪਸੰਦ ਹੈ ਕਿ ਮੈਂ ਚਾਹ ਦਾ ਕੱਪ ਲੈਣਾ ਪਸੰਦ ਕਰੂੰਗਾ, ਹੈ ਨਾ। ਜੇ ਆਪਾਂ ਕਿਸੇ ਘਰੇ ਜਾਂਦੇ ਹਾਂ ਕਹਿੰਦੇ ਕੀ ਲਓਗੇ ਤੁਸੀਂ, ਆਪਾਂ ਕਹਿ ਸਕਦੇ ਹਾਂ ਆਈ ਵੁੱਡ ਲਾਈਕ ਟੂ ਹੈਵ ਏ ਕੱਪ ਆਫ ਟੀ, ਕਿ ਮੈਂ ਚਾਹ ਦਾ ਕੱਪ ਲੈਣਾ ਪਸੰਦ ਕਰੂੰਗਾ। ਅੱਛਾ, ਇਹਦੇ ਨਾਲ ਥੋੜੀ ਜਿਹੀ ਵਕੈਬ ਹੋਰ ਚੇਂਜ ਕਰੀਏ ਇਹਦੇ ਵਿੱਚ ਆਪਾਂ। ਜਿਨ੍ਹਾਂ ਨੇ ਮੇਰੇ ਕੋਲ ਬੇਸਿਕ ਕਲਾਸ ਲਾਈ ਹੋਈ ਹੈ ਉਹਨਾਂ ਨੂੰ ਪਤਾ ਹੋਊਗਾ ਕੱਪ ਆਫ ਟੀ ਦੇ ਵੇਲੇ ਆਪਾਂ ਕੀ ਹੈ ਕੱਪਾ ਵੀ ਕਹਿ ਸਕਦੇ ਹਾਂ। ਆਈ ਵੁੱਡ ਲਾਈਕ ਟੂ ਹੈਵ ਏ ਕੱਪਾ, ਮਤਲਬ ਕੱਪਾ ਦਾ ਮੀਨਿੰਗ ਕੀ ਹੁੰਦਾ ਹੈ, ਕੱਪ ਆਫ ਟੀ ਹੀ ਹੁੰਦਾ ਹੈ, ਠੀਕ ਹੈ। ਇਹ ਜਿਹੜੇ ਸਲੈਂਗਸ ਨੇ ਯੂਜ਼ ਕਰਦੇ ਰਹਿੰਦੇ ਆਪਾਂ ਆਪਦੀ ਕਲਾਸ ਦੇ ਵਿੱਚ। ਤੁਸੀਂ ਕੀ ਹੈ ਜੇ ਤੁਹਾਨੂੰ ਹੋਰ ਵੀ ਸਲੈਂਗ ਚਾਹੀਦੇ ਹੋਣ ਤਾਂ ਕਲਾਸ ਜੁਆਇਨ ਕਰੋ ਸਾਡੀ ਜ਼ਰੂਰ ਜੀ। ਆਈ ਵੁੱਡ ਲਾਈਕ ਟੂ ਹੈਵ ਏ ਕੱਪਾ ਮਤਲਬ ਕੀ ਹੋ ਗਿਆ ਕਿ ਮੈਨੂੰ ਕੀ ਚਾਹ ਦਾ ਕੱਪ ਪੀਣਾ ਪਸੰਦ ਹੈ ਨਾ, ਮੈਨੂੰ ਤਾਂ ਉਹ ਚਾਹੀਦਾ ਜੀ। ਔਰ ਲਾਈਕਿੰਗਸ 'ਚ ਦੱਸਦੀ ਆਪਾਂ ਗੱਲ, ਪਸੰਦ ਹੈ ਮੈਨੂੰ ਉਹ ਚੀਜ਼ ਪਸੰਦ ਆ, ਆਪਾਂ ਉਹ ਦੱਸਦਾ। ਇਹ ਕਿਹਦੇ ਵਿੱਚ ਆ ਗਿਆ, ਵੁੱਡ ਦੇ ਵਿੱਚ ਹੀ ਆ ਗਈ ਗੱਲ ਇਹ, ਤਾਂ ਆਪਾਂ ਯੂਜ਼ ਵੀ ਕਰ ਲਿਆ, ਇਹ ਵਧੀਆ ਚੀਜ਼ ਹੋ ਗਈ ਆਪਣੇ ਲਈ। ਚਲੋ ਨੈਕਸਟ ਕਰਦੇ ਆਪਾਂ ਇਹਦੇ ਨਾਲ ਕੀ ਹੈ ਜੀ ਹੋਰ। ਥਰਡ ਆ ਗਿਆ ਜੀ ਆਪਣੇ ਕੋਲ ਜਿਹਦੇ ਆਪਾਂ ਯੂਜ਼ ਕਰ ਸਕਦੇ ਹਾਂ ਫॉर ਇਮੈਜੀਨੇਸ਼ਨ। ਇਮੈਜੀਨੇਸ਼ਨ ਕੀ ਹੁੰਦੀ ਹੈ, ਜੋ ਆਪਾਂ ਕਿਵੇਂ ਮਨੀ ਖਿਆਲ ਲੈ ਕੇ ਆਪਣੇ ਮਨ ਦੇ ਵਿੱਚ ਖਿਆਲ ਲੈ ਕੇ ਆਉਂਦੇ ਨਾ, ਜਾਂ ਆਪਾਂ ਸੋਚਦੇ ਰਹਿੰਦੇ ਹਾਂ, ਪਿਕਚਰਾਈਜ਼ ਕਰਦੇ ਰਹਿੰਦੇ ਹਾਂ, ਉਹ ਸਾਰੇ ਕੀ ਹੋ ਗਏ ਇਮੈਜੀਨੇਸ਼ਨ ਦੇ ਵਿੱਚ ਆ ਗਏ। ਵੀ ਕੀ ਆਪਾਂ ਸੋਚ ਲਿਆ ਉਹ ਹੋ ਜੇ, ਇਹੋ ਜਿਹਾ ਕੁਝ ਸੋਚਦੇ ਹਾਂ ਵੀ ਆਹ ਕੁਛ ਹੋ ਜਾਊਗਾ ਮੇਰੇ ਨਾਲ, ਉਹ ਇਮੈਜੀਨੇਸ਼ਨ ਹੋ ਗਿਆ ਸਾਰਾ ਕੁਝ। ਜੋ ਆਪਾਂ ਕੀ ਹੈ ਆਪਦੇ ਵੱਲੋਂ ਸੋਚ ਰਹੇ ਹਾਂ, ਹੋਣਾ ਜੋ ਪਰਮਾਤਮਾ ਹੀ ਜਾਣਦਾ, ਪਰ ਆਪਾਂ ਇੱਕ ਵਾਰੀ ਸੋਚ ਰਹੇ ਹਾਂ ਇਮੈਜੀਨੇਸ਼ਨ ਦੇ ਵਿੱਚ, ਠੀਕ ਹੈ ਜੀ। ਇਹਦੇ ਵਿੱਚ ਨੈਕਸਟ ਸੋਚਦੇ ਹੁਣ ਕੀ ਸੈਂਟੈਂਸ ਕੀ ਹੋ ਸਕਦਾ ਆਪਾਂ ਫॉर ਇਮੈਜੀਨੇਸ਼ਨ ਦੇ ਵਿੱਚ ਜਿਹੜਾ ਕਿ ਵੁੱਡ ਯੂਜ਼ ਕੀਤਾ ਜਾਂਦਾ ਉਹ ਇਸ ਤਰੀਕੇ ਨਾਲ ਕੀਤਾ ਜਾਊਗਾ ਵੁੱਡ ਬੀ, ਠੀਕ ਹੈ। ਹੈਗਾ ਵੁੱਡ ਹੀ ਆ ਪਰ ਉਹਦੇ ਨਾਲ ਬੀ ਲੱਗੂਗਾ, ਵੁੱਡ ਬੀ ਇਮੈਜੀਨੇਸ਼ਨ ਦੇ ਵਿੱਚ ਆਊਗਾ। ਜਿਵੇਂ ਕਿ ਸੈਂਟੈਂਸ ਆਪਾਂ ਉਹ ਦੇਖ ਲਈ, ਦਿਸ ਮੂਵੀ ਵੁੱਡ ਬੀ ਵੈਰੀ ਫਨੀ ਜਾਂ ਹਿਲੇਰੀਅਸ ਕਹਿ ਸਕਦੇ ਹਾਂ ਆਪਾਂ, ਠੀਕ ਹੈ ਜੀ। ਸੈਂਟੈਂਸ ਕੀ ਬਣ ਗਿਆ ਇਮੈਜੀਨੇਸ਼ਨ ਦੇ ਵਿੱਚ ਜਦੋਂ ਕਿ ਵੁੱਡ ਬੀ ਯੂਜ਼ ਹੁੰਦਾ ਹੈ, ਦਿਸ ਮੂਵੀ ਵੁੱਡ ਬੀ ਵੈਰੀ ਫਨੀ ਜਾਂ ਹਿਲੇਰੀਅਸ। ਹਿਲੇਰੀਅਸ ਵੀ ਹੁੰਦਾ ਕਿ ਲੋਟ ਪੁੱਟ ਕਰ ਦਿੰਦੀ ਹੈ, ਬਹੁਤ ਹਾਸੇ ਵਾਲੀ। ਸੈਂਟੈਂਸ ਸਾਰਾ ਪੰਜਾਬੀ 'ਚ ਕੀ ਬਣ ਗਿਆ, ਇਹ ਮੂਵੀ ਬਹੁਤ ਹੀ ਫਨੀ ਹੋਊਗੀ ਜਾਂ ਬਹੁਤ ਹੀ ਲੋਟ ਪੁੱਟ ਹੱਸਣ ਬੋਲਣ ਲੱਗੂ। ਜਿਵੇਂ ਕੈਰੀ ਔਨ ਜੱਟਾ ਸੀਗੇ ਵੀ ਕਮਲਾ ਕਰ ਦੂ ਹੱਸ ਕੇ, ਉਵੇਂ ਹੋ ਸਕਦੀ ਹੈ। ਕਹਿੰਦੇ ਕਿਹੜੀ ਮੂਵੀ, ਦਿਸ ਮੂਵੀ, ਠੀਕ ਹੈ ਕੋਈ ਵੀ। ਚਲੋ ਇਹ ਇਮੈਜੀਨੇਸ਼ਨ ਵੇਲੇ ਹੋ ਗਿਆ ਕਿ ਵੁੱਡ ਬੀ ਯੂਜ਼ ਕਰਾਂਗੇ ਆਪਾਂ, ਦਿਸ ਮੂਵੀ ਵੁੱਡ ਬੀ ਵੈਰੀ ਫਨੀ ਹਿਲੇਰੀਅਸ ਹੋ ਗਈ। ਚਲੋ ਗੁੱਡ ਹੈ, ਇਹ ਸੈਂਟੈਂਸ ਹੋ ਗਿਆ। ਨੈਕਸਟ ਫੋਰਥ ਦੇਖੀਏ ਕੀ ਯੂਜ਼ ਹੋ ਸਕਦਾ ਵੁੱਡ ਦਾ। ਵੁੱਡ ਰਾਦਰ, ਰੈਦਰ ਨਹੀਂ ਕਹਿੰਦੇ ਉਹਨੂੰ, ਰਾਦਰ ਕਹਿੰਦੇ ਵੈਸੇ ਇੰਗਲਿਸ਼ ਦੇ ਵਿੱਚ। ਸੈਂਟੈਂਸ ਜਿਹੜੀ ਪ੍ਰੋਨੰਸੀਏਸ਼ਨ ਹੈ ਸਹੀ ਇਹ ਵੁੱਡ ਰਾਦਰ। ਅੱਛਾ, ਇਹਦਾ ਮੀਨਿੰਗ ਕੀ ਹੁੰਦਾ ਹੁਣ, ਵੁੱਡ ਰਾਦਰ ਹੈ ਵੁੱਡ ਹੀ, ਇਹਨੂੰ ਕੀ ਐ ਯੂਜ਼ ਕੀਤਾ ਜਾਊਗਾ ਵੁੱਡ ਰਾਦਰ। ਅੱਛਾ, ਇਹਦਾ ਮੀਨਿੰਗ ਹੁੰਦਾ ਪ੍ਰੈਫਰੈਂਸ ਦੇਣਾ ਕਿਸੇ ਚੀਜ਼ ਨੂੰ, ਪ੍ਰੈਫਰ ਕਰਨਾ ਜਾਂ ਫਿਰ ਕੀ ਕਿਸੇ ਚੀਜ਼ ਨੂੰ ਕਿ ਤਰਜੀਹ ਦੇਣਾ ਜਾਂ ਇੰਪੋਰਟੈਂਸ ਦੇਣਾ, ਸਹੀ ਸਮਝ ਲਓ। ਤਰਜੀਹ ਆਪਾਂ ਸਮਝ ਲੈਂਦੇ ਪੰਜਾਬੀ ਵਿੱਚ ਕੀ ਹੁੰਦਾ ਵੈਸੇ, ਇਹ ਤਾਂ ਇੰਪੋਰਟੈਂਸ ਸਮਝ ਲਓ, ਕਿਸ ਚੀਜ਼ ਨੂੰ ਕੀ ਹੈ ਇੰਪੋਰਟੈਂਸ ਦੇਣਾ। ਵੁੱਡ ਰਾਦਰ ਪ੍ਰੈਫਰ ਕਰਨਾ, ਪ੍ਰੀਫਰ ਕਹਿੰਦੇ ਵੈਸੇ ਇੰਗਲਿਸ਼ ਦੇ ਵਿੱਚ ਜ਼ਿਆਦਾਤਰ ਸਾਰੇ ਲੋਕ, ਪ੍ਰੀਫਰ ਜਾਂ ਇੰਪੋਰਟੈਂਸ ਦੇਣਾ ਕਿਸ ਚੀਜ਼ ਨੂੰ, ਉਹ ਸੈਂਟੈਂਸ ਚੈੱਕ ਕਰਦੇ ਆਪਾਂ ਕੀ ਹੋਊਗਾ। ਨੈਕਸਟ ਦੇਖੋ ਜੀ ਸੈਂਟੈਂਸ ਇਹਦਾ, I prefer take tea to I prefer take tea to coffee। ਜਦੋਂ ਆਪਾਂ ਇਹ ਸੈਂਟੈਂਸ ਪ੍ਰੈਫਰ ਦੇ ਨਾਲ ਬਣਾਉਂਦੇ ਆ ਤਾਂ ਪ੍ਰੈਫਰ ਦੇ ਨਾਲ ਹਮੇਸ਼ਾ ਟੂ ਵਰਡ ਯੂਜ਼ ਕੀਤਾ ਜਾ ਰਿਹਾ ਜ਼ਿਆਦਾਤਰ, ਹੈ ਨਾ। ਪ੍ਰੈਫਰ ਟੂ ਟੇਕ ਟੀ ਕਾਫੀ, ਔਰ ਐਂ ਕਹਿੰਦੇ ਹੁੰਦੇ ਆ I prefer take tea to coffee, ਐ ਸਹੀ ਸੈਂਟੈਂਸ ਚੱਲੂਗਾ। ਅੱਛਾ, ਪ੍ਰੈਫਰ ਦਾ ਮੀਨਿੰਗ ਕੀ ਹੈ ਇੰਪੋਰਟੈਂਸ ਜਾਂ ਵੁੱਡ ਰਾਦਰ। ਆਪਾਂ ਹੁਣ ਸਹੀ ਯੂਜ਼ ਕਰਨਾ ਵੁੱਡ ਰਾਦਰ ਦੇ ਵਿੱਚ, ਉਹਨੂੰ ਕਿ ਜ਼ਿਆਦਾ ਕਿ ਵਧੀਆ ਨੰਬਰ ਲੈ ਸਕਦੇ ਉਹਦੇ। ਜਿਵੇਂ ਕਿ ਆਪਾਂ ਆਈ ਸੈਂਟੈਂਸ ਨੂੰ ਚੇਂਜ ਕਰੀਏ, ਆਈ ਵੁੱਡ, ਹੁਣ ਆਈ ਵੁੱਡ ਤਾਂ ਉਵੇਂ ਰੱਖ ਲਿਆ ਜਿਵੇਂ ਹੈਗਾ, ਰਾਦਰ ਟੇਕ ਕਾਫੀ ਦੈਨ ਟੀ,
ਕੀ ਬਣ ਗਿਆ ਜੀ, I would rather take coffee than tea। ਅੱਛਾ, ਜਦੋਂ would rather ਸੀਗਾ ਉਦੋਂ ਤਾਂ ਲੱਗੂਗਾ then word, ਠੀਕ ਹੈ। ਜਦੋਂ prefer ਸੀ ਉਦੋਂ to ਲੱਗੂਗਾ। ਮੀਨਿੰਗ ਦੋਨਾਂ ਦਾ ਇਹੀ ਹੈ ਕਿ ਮੈਂ ਤਰਜੀਹ ਦਿੰਦਾ ਪਹਿਲੇ ਸੈਂਟੈਂਸ ਪਰ, ਜਿਹੜਾ ਪ੍ਰੈਫਰ ਵਾਲਾ ਉਹ ਚਾਹੇ ਬਣਦਾ ਸੈਂਟੈਂਸ ਦੀ ਪੰਜਾਬੀ, ਮੈਂ ਤਰਜੀਹ ਦਿੰਦਾ ਜਾਂ ਇੰਪੋਰਟੈਂਸ ਦਿੰਦਾ ਚਾਹ ਨੂੰ ਕੌਫੀ ਤੋਂ ਜ਼ਿਆਦਾ, ਠੀਕ ਹੈ ਜੀ। ਥੱਲੇ ਵਾਲੀ ਕੀ ਬਣ ਗਿਆ, I would rather take coffee than tea। ਮੈਂ ਕੀ ਕਰੂੰਗਾ, ਮੈਂ ਕੌਫੀ ਲੈਣਾ ਪਸੰਦ ਕਰੂੰਗਾ ਜਾਂ ਉਹਨੂੰ ਇੰਪੋਰਟੈਂਸ ਜ਼ਿਆਦਾ ਦਊਂਗਾ ਟੀ ਦੇ ਨਾਲ, ਚਾਹ ਦੇ ਨਾਲ, ਠੀਕ ਹੈ ਜੀ। ਦੋਨੇ ਸੈਂਟੈਂਸ ਵਧੀਆ ਐ ਬਣ ਗਏ। ਤੁਸੀਂ ਪ੍ਰੈਫਰ ਦੇ ਨਾਲ ਵੀ ਬਣਾ ਸਕਦੇ ਹੋ ਜਾਂ ਪ੍ਰੀਫਰ ਕਹਿ ਸਕਦੇ ਹੋ, ਪ੍ਰੀਫਰ ਦੇ ਨਾਲ ਵੀ ਬਣਾ ਸਕਦੇ ਹੋ ਤੇ ਵੁੱਡ ਰਾਦਰ ਦੇ ਨਾਲ ਵੀ। ਚਲੋ ਜੀ ਨੈਕਸਟ ਦੇਖੀਏ 5th। ਨੈਕਸਟ ਹੈਗਾ ਜੀ ਵੁੱਡ ਦਾ ਯੂਜ਼ ਜਿਹੜਾ ਉਹ ਕਿੱਥੇ ਕੀਤਾ ਜਾ ਸਕਦਾ, ਯੂਜ਼ਡ ਟੂ। ਅਗਰ ਤੁਹਾਨੂੰ ਸਟਰਕਚਰ ਪਤਾ ਹੋਵੇ ਇਹ ਵਾਲੀ, ਯੂਜ਼ਡ ਟੂ ਦਾ ਮੀਨਿੰਗ ਕੀ ਹੁੰਦਾ, ਵੁੱਡ ਕੀ ਬਣ ਗਿਆ, ਇੱਕ ਯੂਜ਼ ਹੋਰ ਹੁੰਦਾ ਇਹਦਾ ਜਿਹੜਾ ਯੂਜ਼ਡ ਟੂ। ਯੂਜ਼ਡ ਟੂ ਦਾ ਮੀਨਿੰਗ ਕੀ ਹੈ ਵੈਸੇ, ਜਿਹੜੀ ਕਿ ਆਪਣੀ ਓਲਡ ਹੈਬਿਟ ਹੋਵੇ। ਓਲਡ ਹੈਬਿਟ ਮਤਲਬ ਜਿਹੜੀ ਆਪਾਂ ਕੰਮ ਪਹਿਲਾਂ ਕਰਦੇ ਹੁੰਦੇ ਸੀ ਹੁਣ ਜਾਂ ਘਟਾਤਾ ਜਾਂ ਬੰਦ ਹੀ ਕਰਤਾ ਉਹ ਕੰਮ, ਉਹ ਕੀ ਹੁੰਦੇ ਨੇ, ਯੂਜ਼ ਟੂ ਹੁੰਦੇ ਨੇ। ਮਤਲਬ ਯੂਜ਼ ਟੂ ਵੀ ਯਾਰ ਮੈਂ ਪਹਿਲਾਂ ਕੀ ਇੰਨਾ ਯੂਜ਼ ਟੂ ਸੀਗਾ ਕਿ ਸਾਰਾ ਦਿਨ ਫੋਨ ਤੇ ਹੀ ਲੱਗਿਆ ਕਿ ਇੰਸਟਾਗ੍ਰਾਮ ਚਲਾਈ ਜਾਂਦਾ ਸੀਗਾ। ਮਤਲਬ ਉਹਦਾ ਇਹ ਸੈਂਟੈਂਸ ਦਾ ਇਹ ਬਣ ਗਿਆ ਕਿ ਪਹਿਲਾਂ ਚਲਾਉਂਦਾ ਸੀ ਹੁਣ ਨਹੀਂ ਮੈਂ ਚਲਾ ਰਿਹਾ। ਮਤਲਬ ਪ੍ਰੈਜ਼ੈਂਟ ਦੇ ਵਿੱਚ ਮੈਂ ਕੀ ਆ ਉਹ ਚੀਜ਼ ਨੂੰ ਘਟਾਤਾ ਜਾਂ ਬੰਦ ਕਰਤਾ ਕੰਮ ਨੂੰ, ਉਦੋਂ ਆਪਾਂ ਸੈਂਟੈਂਸ ਯੂਜ਼ ਟੂ ਕਵਾਂਗੇ। ਆਪਾਂ ਯੂਜ਼ਡ ਟੂ ਯਾਦ ਰੱਖਿਓ, ਜਦੋਂ ਆਪਾਂ ਕੰਮ ਓਲਡ ਹੈਬਿਟ ਸੀ ਮੇਰੀ ਹੁਣ ਨਹੀਂ ਕਰ ਰਿਹਾ, ਮੈਂ ਹੁਣ ਕਰ ਹੀ ਨਹੀਂ ਰਿਹਾ ਜਾਂ ਜਮਾਂ ਘਟਾਤਾ ਮੈਂ ਥੋੜਾ ਮੋਟਾ ਕਰ ਰਿਹਾ, ਉਹ ਕੀ ਹੋ ਗਈ, ਯੂਜ਼ ਟੂ ਹੋ ਗਈ, ਓਲਡ ਹੈਬਿਟ ਹੋ ਗਈ ਮੇਰੀ, ਹੁਣ ਨਹੀਂ ਹੈਗਾ ਉਹ ਚ ਸੈਂਟੈਂਸ ਚੈੱਕ ਕਰਦੇ ਆਪਾਂ, ਸਮਝ ਆ ਜਾਊ ਆਪਾਂ। अर्लियर गर्ल्स used to play indoor games। ਕੀ ਬਣ ਗਿਆ, अर्लियर ਮਤਲਬ ਪਹਿਲਾਂ ਜਿਹੜੀਆਂ ਗਰਲਸ ਸੀਗੀਆਂ ਉਹਨਾਂ ਦੀ ਜਿਹੜੀ ਆਦਤ ਸੀਗੀ ਉਹ ਕੀ ਹੈ, ਇਨਡੋਰ ਗੇਮਸ ਖੇਡਣਾ ਹੀ ਪਸੰਦ ਕਰਦੀਆਂ ਸੀ। ਮਤਲਬ ਪੁਰਾਣੀ ਗੱਲ ਸੀ ਵੀ ਪਹਿਲਾਂ ਇਹੋ ਜਿਹਾ ਕੁਝ ਹੀ ਹੁੰਦਾ ਸੀਗਾ, ਪਰ ਹੁਣ ਕੀ ਹੈ, ਗਰਲਸ ਕੀ ਹੈ ਬਾਹਰ ਆਊਟਡੋਰ ਗੇਮਸ ਵੀ ਬਹੁਤ ਜ਼ਿਆਦਾ ਵਧੀਆ ਖੇਡਣ ਲੱਗ ਗਈਆਂ। ਆਪਾਂ ਨੂੰ ਪਤਾ ਹੈ ਜਿਹੜੇ ਮੈਡਲ ਆਉਂਦੇ ਪਏ ਅੱਜ ਕੱਲ੍ਹ ਉਹ ਗਰਲਸ ਥਰੂ ਵੀ ਆ ਰਹੇ ਨੇ ਕਾਫੀ ਵਧੀਆ, ਠੀਕ ਹੈ। ਨਾਮ ਤਾਂ ਚਮਕਾ ਹੀ ਰਹੀਆਂ ਨੇ, ਤਾਂ ਮਤਲਬ ਕੀ ਹੋ ਗਿਆ, ਪਹਿਲਾਂ ਸੀ ਚੀਜ਼ਾਂ ਇਹ ਯੂਜ਼ ਟੂ ਤਾਂ ਲਗਾਇਆ ਇੱਥੇ। ਓਲਡ ਹੈਬਿਟ ਸੀ ਲੋਕਾਂ ਦੀ ਜਾਂ ਗਰਲਸ ਦੀ ਕਿ ਪਹਿਲਾਂ ਇਨਡੋਰ ਗੇਮਸ ਹੀ ਖੇਡਣੀਆਂ ਉਹਨਾਂ ਨੇ, ਹੁਣ ਕੀ ਹੋ ਗਿਆ, ਉਹਨਾਂ ਨੇ ਆਊਟਡੋਰ ਗੇਮਸ ਖੇਡਣ ਲੱਗ ਗਏ ਜ਼ਿਆਦਾ, ਠੀਕ ਹੈ। ਇਹ ਸੈਂਟੈਂਸ ਹੋ ਗਿਆ, ਇੱਕ ਬਣ ਗਿਆ ਯੂਜ਼ ਟੂ ਦੇ ਨਾਲ, ਪਰ ਇਹਨੂੰ ਆਪਾਂ ਵੁੱਡ 'ਚ ਲੈ ਕੇ ਆਉਣਾ, ਉਹ ਦੇਖੋ ਕਿਵੇਂ ਬਣੂਗਾ। ਹੁਣ we would play hide and seek in childhood। ਕੀ ਬਣ ਗਿਆ, we would play hide and seek in childhood। ਕਹਿੰਦੇ ਆਪਾਂ ਜਿਹੜੇ ਹਾਈਡ ਐਂਡ ਸੀਕ ਖੇਡਦੇ ਹੁੰਦੇ ਸੀ, ਮਤਲਬ ਲੁਕਾ ਛੁਪੀ ਖੇਡਦੇ ਸੀਗੇ, ਆਪਾਂ ਉਹ ਖੇਡਦੇ ਹੁੰਦੇ ਸੀ ਚਾਈਲਡਹੁੱਡ ਦੇ ਵਿੱਚ, ਹੁਣ ਤਾਂ ਨਹੀਂ ਖੇਡਦੇ, ਆਦਤ ਬਦਲ ਗਈ, ਓਲਡ ਹੈਬਿਟ ਸੀਗੀ, ਹੁਣ ਨਹੀਂ ਹੈ ਜਾਂ ਕੁਛ। ਇੱਥੇ ਵੀ ਘਟਾ ਲਓ ਜੀ, ਇੱਕ ਗਲਤੀ ਨਾਲ ਲਿਖਿਆ, we would play hide and seek in childhood। ਆਪਾਂ ਖੇਡਦੇ ਹੁੰਦੇ ਸੀ ਲੁਕਾ ਛੁਪੀ ਕਿੱਥੇ, ਚਾਈਲਡਹੁੱਡ ਦੇ ਵਿੱਚ, ਬਚਪਨ ਦੇ ਵਿੱਚ, ਹੁਣ ਨਹੀਂ ਖੇਡ ਰਹੇ, ਹੁਣ ਘਟਾਤਾ ਜਾਂ ਮਤਲਬ ਕਿ ਬੰਦ ਹੋ ਗਿਆ ਕੰਮ, ਹੈ ਨਾ। ਬੰਦ ਮਤਲਬ ਖੇਡ ਹੀ ਨਹੀਂ, ਵੱਡੇ ਹੋ ਗਏ, ਹੋ ਜ਼ਿੰਮੇਵਾਰੀਆਂ ਆ ਗਈਆਂ, ਤਾਂ ਆਪਾਂ ਕੀ ਲਿਖਤਾ, ਵੁੱਡ ਲਿਖਤਾ ਯੂਜ਼ ਟੂ ਦੀ ਥਾਂ ਤੇ। ਜਿਨ੍ਹਾਂ ਨੂੰ ਯੂਜ਼ ਟੂ ਦਾ ਮੀਨਿੰਗ ਪਤਾ ਸੀ ਗੁੱਡ ਹੈ, ਨਹੀਂ ਪਤਾ ਤਾਂ ਵੀ ਦੇਖ ਲਿਆ ਆਪਾਂ ਵੀ ਗਰਲਸ ਯੂਜ਼ ਟੂ ਪਲੇ ਇਨਡੋਰ ਗੇਮਸ, ਪਹਿਲਾਂ ਖੇਡਦੀਆਂ ਹੁੰਦੀਆਂ ਸੀ ਹੁਣ ਨਹੀਂ, ਓਲਡ ਹੈਬਿਟ ਹੋ ਗਈ ਗੱਲ, ਠੀਕ ਹੈ ਜੀ। ਚਲੋ ਇਹ ਪੰਜਵਾਂ ਵੀ ਹੋ ਗਿਆ ਯੂਜ਼ ਟੂ ਆਪਣਾ। ਚਲੋ ਹੁਣ ਆਪਾਂ ਆਉਂਦੇ ਹਾਂ 6th ਤੇ ਵੁੱਡ ਦਾ ਯੂਜ਼। ਹੈਡ ਵੁੱਡ। ਅੱਛਾ ਹੁਣ ਇਹ ਦੇਖੀਏ ਹੈਡ ਵੁੱਡ ਕੀ ਚੀਜ਼ ਹੈ। ਹੈਡ ਵੁੱਡ ਹੈਵ ਹੈ ਸੈਂਟੈਂਸ ਦੇ ਵਿੱਚ ਇਹ ਸਾਰਾ ਕੁਝ ਹੋਊਗਾ। ਅੱਛਾ ਜਦੋਂ ਕਿ ਹੁਣ 6ਵੇਂ ਵਿੱਚ ਆਪਾਂ ਵੁੱਡ ਦਾ ਯੂਜ਼ ਕਰਨਾ, ਉਹ ਇਹ ਵੀ ਹੈਗਾ ਇੱਕ ਸੈਂਟੈਂਸ ਦੇ ਵਿੱਚ ਹੈਡ ਲੱਗੂਗਾ, ਇੱਕ ਦੇ ਵਿੱਚ ਵੁੱਡ ਹੈਵ ਲੱਗੂਗਾ। ਉਹ ਦੇਖੀ ਕਿਹੜੇ ਸੈਂਟੈਂਸਸ ਹੁੰਦੇ ਨੇ, ਉਹਨਾਂ ਨੂੰ ਸਮਝਾਉਂਦੇ ਆਪਾਂ ਕੀ ਹੈ, ਮੇਨ ਦੇਖਦੇ ਹਾਂ। ਜਿਵੇਂ ਕਿ ਕੁਝ ਸੈਂਟੈਂਸ ਇਸ ਤਰੀਕੇ ਦੇ ਹੁੰਦੇ ਪੰਜਾਬੀ ਦੇ ਵਿੱਚ, ਆਪਾਂ ਕਹਿੰਦੇ ਵੀ ਆ ਜੇਕਰ ਯਾਰ ਉਹ ਪੜ੍ਹ ਲੈਂਦਾ ਨਾ ਉਹ ਪਾਸ ਹੋ ਜਾਂਦਾ, ਹੈ ਨਾ। ਆਪਾਂ ਇਹੋ ਜਿਹਾ ਕੁਝ ਕਹਿੰਦੇ ਵੀ ਹੁੰਦੇ ਜ਼ਿੰਦਗੀ ਵਿੱਚ, ਜੇ ਯਾਰ ਮੈਂ ਛਾਲ ਮਾਰ ਦਿੰਦਾ ਉੱਥੋਂ ਮੈਂ ਬਚ ਜਾਂਦਾ, ਨਹੀਂ ਤਾਂ ਬਚਿਆ ਨਹੀਂ ਮੈਂ ਗਿਆ, ਹੈ ਨਾ। ਜੇ ਮੈਂ ਫੋਨ ਛੱਡ ਦਿੰਦਾ ਤੇ ਮੇਰੀ ਜ਼ਿੰਦਗੀ ਸਫਲ ਸੀ। ਇਹੋ ਜਿਹਾ ਕੁਝ ਜਦੋਂ ਵੀ ਆਪਾਂ ਕਹਿੰਦੇ ਆ ਜੇਕਰ ਵਾਲੀ ਗੱਲ ਦੇ ਵਿੱਚ ਕਿ ਮੈਂ ਆਹ ਚੀਜ਼ ਜੇ ਛੱਡ ਦਿੰਦਾ ਜਾਂ ਕਰ ਲੈਂਦਾ ਤਾਂ ਮੈਂ ਅੱਜ ਆਹ ਚੀਜ਼ ਕਰ ਰਿਹਾ ਹੁੰਦਾ, ਹੈ ਨਾ। ਜੇ ਮੈਂ ਕਹਿੰਦੇ +2 ਤੋਂ ਬਾਅਦ ਹੀ ਐਲਸ ਕਰਕੇ ਬਾਹਰ ਚਲਾ ਗਿਆ ਹੁੰਦਾ ਤਾਂ ਅੱਜ ਮੇਰੀ ਜ਼ਿੰਦਗੀ ਕੁਝ ਹੋਰ ਹੋਣੀ ਸੀਗੀ ਤੇ ਮੈਂ ਅੱਜ ਸਕਸੈਸਫੁਲ ਹੋਣਾ ਸੀਗਾ, ਠੀਕ ਹੈ। ਹੁਣ ਮੈਂ ਇੱਥੇ ਬੈਠਾ, ਇੱਥੇ ਕੁਝ ਨਾ ਕੁਝ ਕਰੀ ਜਾਂਦਾ, ਕੁਝ ਬਣ ਵੀ ਨਹੀਂ ਰਿਹਾ, ਹੈ ਨਾ। ਉੱਤੋਂ ਆਹ ਚੱਲ ਪਿਆ ਲੋਕਡਾਊਨ, ਕੁਝ ਬਣ ਨਹੀਂ ਰਿਹਾ, ਤਾਂ ਕੀ ਹੈ ਸਕਸੈਸਫੁਲ ਹੋਣ 'ਤੇ ਥੋੜ੍ਹਾ ਟਾਈਮ ਲੱਗ ਰਿਹਾ। ਅੱਛਾ ਉਹ ਕੀ ਉਹੀ ਹੋ ਗਿਆ ਵੀ ਕਿ ਜੇ ਮੈਂ ਕਰ ਲੈਂਦਾ ਪਹਿਲਾਂ ਇਹ ਚੀਜ਼ ਤਾਂ ਮੈਂ ਅੱਜ ਕਿਤੇ ਹੋਰ ਹੁੰਦਾ, ਹੈ ਨਾ, ਵਧੀਆ ਥਾਂ 'ਤੇ ਬੈਠਾ ਹੁੰਦਾ, ਇਹੋ ਜਿਹਾ ਕੁਝ ਹੁੰਦਾ, ਹੈ ਨਾ। ਚਲੋ ਉਹ ਸੈਂਟੈਂਸ ਕਿਸ ਤਰੀਕੇ ਦੇ ਆਪਾਂ ਲਿਖੀਏ। ਇਫ ਹੀ ਹੈਡ ਸਟੱਡੀਡ,
ਫਿਰ ਇੱਕ ਕੀ ਹੁੰਦਾ ਹੈ ਕੌਮਾ ਜਾਂ ਦੈਨ, ਦੋਨਾਂ ਦਾ ਸੇਮ ਮੀਨਿੰਗ ਹੈ। ਤੁਸੀਂ ਜੇ ਕੌਮਾ ਪਾਉਣਾ ਕੌਮਾ ਪਾਓ, ਨਹੀਂ ਤਾਂ ਦੈਨ ਲਿਖ ਲਓ। ਠੀਕ ਹੈ ਜੀ। ਹੀ ਹੈਡ ਸਟੱਡੀਡ ਮਤਲਬ ਜੇ ਉਹ ਪੜ੍ਹ ਲੈਂਦਾ, ਜੇ ਪੜ੍ਹ ਚੁੱਕਿਆ ਹੁੰਦਾ ਜਾਂ ਪੜ੍ਹਿਆ ਹੁੰਦਾ ਤਾਂ ਕੀ ਕਹਿ ਸਕਦੇ ਆਪਾਂ, ਹੀ ਵੁੱਡ ਹੈਵ ਪਾਸਡ। ਕੀ ਸੈਂਟੈਂਸ ਬਣਿਆ ਆਪਾਂ ਚੈੱਕ ਕਰਦੇ, ਟੈਨਸ਼ਨ ਨਹੀਂ ਲੈਣੀ। ਇਫ ਹੀ ਹੈਡ ਸਟੱਡੀਡ ਹੀ ਵੁੱਡ ਹੈਵ ਪਾਸਡ। ਜੇਕਰ ਉਹ ਪੜ੍ਹਿਆ ਹੁੰਦਾ ਉਹ ਅੱਜ ਪਾਸ ਹੋ ਗਿਆ ਹੁੰਦਾ। ਜੇਕਰ ਉਹ ਪੜ੍ਹਿਆ ਹੁੰਦਾ ਤਾਂ ਅੱਜ ਨੂੰ ਪਾਸ ਹੋਇਆ ਹੁੰਦਾ। ਹੀ ਵੁੱਡ ਹੈਵ ਪਾਸਡ ਤਾਂ ਉਹਨੂੰ ਪਾਸ ਕੀਤਾ ਹੁੰਦਾ ਨਾ, ਜਿਹੜੀ ਸਟੱਡੀ ਨੂੰ ਪੜ੍ਹ ਰਿਹਾ ਸੀ ਉਹ। ਇਹ ਸੈਂਟੈਂਸਿਸ ਹੋ ਗਏ ਜਿਹੜੇ ਜੇਕਰ ਦੇ ਨਾਲ ਬਣ ਜਾਂਦੇ। ਹੈਡ ਵੁੱਡ ਹੈਵ ਯੂਜ਼ ਕਰਕੇ ਇੱਕ ਦੇ ਵਿੱਚ ਆਪਾਂ ਗੱਲ ਕੀਤੀ, ਜੇ ਇਹ ਕੀਤਾ ਹੁੰਦਾ ਤਾਂ ਆਪਾਂ ਜਾ ਕੀਤਾ, ਕਰਿਆ ਹੁੰਦਾ, ਨਿਬੜਿਆ ਹੁੰਦਾ ਕੰਮ, ਹਨਾ। ਉਹ ਵਾਲੇ ਸੈਂਟੈਂਸਿਸ ਦੀ ਗੱਲ ਹੋਈ। ਨੈਕਸਟ 7th ਲਾਸਟ ਹੈ, ਇੰਪੋਰਟੈਂਟ ਵੀ ਆ ਬਹੁਤ। ਇਫ ਵੁੱਡ, ਇਹਦਾ ਮੀਨਿੰਗ ਕੀ ਹੈ, ਜਦੋਂ ਵੀ ਕਦੇ ਆਪਾਂ ਵਿਸ਼ ਕਰਦੇ ਹਾਂ ਕਿ ਮੈਂ ਯਾਰ ਜੇ ਆਹ ਹੁੰਦਾ ਨਾ ਤਾਂ ਮੈਂ ਅੱਜ ਆਹ ਕਰ ਦਿੰਦਾ। ਯਾਤਰਾ ਬਾਰੇ ਕਹਿ ਦੇਣਾ, ਜੇ ਮੈਂ ਪ੍ਰਧਾਨ ਮੰਤਰੀ ਹੁੰਦਾ ਨਾ ਮੈਂ ਅੱਜ ਕਰੋਨਾ ਮਿੰਟੋ ਮਿੰਟ ਖਤਮ ਕਰ ਦੇਣਾ ਸੀਗਾ। ਆਪਾਂ ਉਹ ਵੀ ਬੈਠੇ ਜਿਹੜੀ ਪੰਜਾਬੀ ਤਾਂ ਉਹ ਵੈਸੇ ਫੋਕੇ ਹੀ ਮਾਰਨੀਆਂ ਹੁੰਦੀਆਂ। ਜੇ ਅੱਜ ਮੈਂ ਹੁੰਦਾ ਜੀ ਐਂ ਕਰ ਦਿੰਦਾ, ਜੇ ਮੈਂ ਪਹਿਲਾਂ ਪੜ੍ਹਿਆ ਹੁੰਦਾ ਤੇ ਅੱਜ ਮੈਂ ਤਾਂ ਸਿਰਾ ਲਾਇਆ ਹੁੰਦਾ। ਪਰ ਇਹਦੇ ਵਿੱਚ ਵਿਸ਼ ਤਾਂ ਹੈਗੀ ਆ, ਪਰ ਉਹ ਵਿਸ਼ ਕਰਨੀ ਆ ਆਪਾਂ ਚੀਜ਼ਾਂ ਜਦੋਂ ਵੀ ਕਦੇ ਇਫ ਤੇ ਵੁੱਡ ਇਕੱਠੇ ਯੂਜ਼ ਕਰਨੇ ਹੋਣ ਆਪਾਂ, ਜਾਂ ਤੁਹਾਨੂੰ ਕਿਤੇ ਦਿਖ ਜਾਣ, ਤਾਂ ਉਹਦਾ ਮੀਨਿੰਗ ਇਹ ਹੁੰਦਾ ਕਿ ਜਦੋਂ ਆਪਾਂ ਝੂਠੀ ਗੱਲ ਹੁੰਦੀ ਜਿਹੜੀ ਹੋਣੀ ਨਹੀਂ ਹੁੰਦੀ ਕਦੇ ਵੀ, ਜਿਵੇਂ ਆਪਾਂ ਮਿੱਠੀਆਂ ਗੱਲਾਂ ਕਹਿ ਦਿੰਦੇ ਹਾਂ ਵੀ, ਜਿਵੇਂ ਮੁੰਡਾ ਕੁੜੀ ਨੂੰ ਕਹਿ ਦਿੰਦਾ ਮੈਂ ਅੰਬਰਾਂ ਤੋਂ ਤਾਰੇ ਤੋੜ ਕੇ ਲੈ ਕੇ ਆਊਂਗਾ ਤੇਰੇ ਵਾਸਤੇ। ਉਹ ਵਾਲੇ ਸੈਂਟੈਂਸਿਸ ਜਿਨ੍ਹਾਂ ਵਿੱਚ ਕੀ ਆ ਸੱਚਾਈ ਨਹੀਂ ਹੁੰਦੀ, ਜਿਨ੍ਹਾਂ ਵਿੱਚ ਕੀ ਆ ਇੱਕ ਬੰਦਾ ਮਿੱਠੀਆਂ ਗੱਲਾਂ ਮਾਰ ਦਿੰਦਾ, ਝੂਠ ਫੋਕੀਆਂ ਜ਼ੋਰ ਦਿੰਦਾ, ਉਹ ਗੱਲਾਂ ਸਾਰੀਆਂ ਦੇ ਵਿੱਚ ਕੀ ਹੋਊਗਾ, ਬੰਦਾ ਵਿਸ਼ ਕਰਦਾ ਮੈਂ ਐਂ ਹੁੰਦਾ ਤਾਂ ਯਾਰ ਐਂ ਕਰ ਦਿੰਦਾ। ਜੇਕਰ ਮੈਂ ਯਾਰ ਅੱਜ ਐਸਟਰੋਨੌਟ ਹੁੰਦਾ ਨਾ ਤੇ ਮੈਂ ਤਾਂ ਜੋ ਕਿਤੇ ਚੰਦਰਮਾ 'ਤੇ ਬੈਠਾ ਹੁੰਦਾ। ਠੀਕ ਹੈ, ਜਦੋਂ ਇਹੋ ਜਿਹੀਆਂ ਗੱਲਾਂ ਆਉਂਦੀਆਂ ਝੂਠੀਆਂ ਜਿਹੜੀਆਂ ਹੋ ਨਹੀਂ ਸਕਦੀਆਂ ਜ਼ਿੰਦਗੀ ਦੇ ਵਿੱਚ ਆਪਣੇ ਕੋਲ, ਤਾਂ ਉਦੋਂ ਆਹ ਵਾਲੇ ਸੈਂਟੈਂਸਿਸ ਜਾਂ ਆਹ ਵਾਲੀ ਚੀਜ਼ਾਂ ਨੂੰ ਯੂਜ਼ ਕਰਕੇ ਆਪਾਂ ਵਿਸ਼ ਕਰਾਂਗੇ। ਜਿਵੇਂ ਕਿ ਸੈਂਟੈਂਸ ਕਰਦੇ ਹਾਂ ਪਤਾ ਲੱਗ ਜਾਊਗਾ, ਕਲੀਅਰ ਹੋਊਗਾ। ਇਫ ਆਈ ਵਰ ਦੀ ਪ੍ਰਾਈਮ ਮਿਨਿਸਟਰ, ਇਫ ਆਈ ਵਰ ਦੀ ਪ੍ਰਾਈਮ ਮਿਨਿਸਟਰ, ਸਮਝ ਗਏ, ਜੇ ਮੈਂ ਕਿ ਪ੍ਰਧਾਨ ਮੰਤਰੀ ਹੋਤਾ, ਆਈ ਵੁੱਡ provide free education to girls। चलो सेंटेंस की बन गया, इफ आई वर द प्राइम मिनिस्टर, जे मैं प्रधान मंत्री हुंदा ना मैं फ्री एजुकेशन कर देनी सी कुड़ियां भी, दब्बी उतरियो पढ़ी उतरियो तुसीं। अच्छा हुण ये सारी गल दे विच सच्चाई तां है नहीं, हाँ अपनी सोच है, एक इमेजिनेशन कीता होया आपां जी ऐ हो जे, है ना यार मैं कर दिंदा। ਹੁਣ ਇਹ ਸਾਰੇ ਦੇਖਿਆ ਕਰੋ, ਪੰਜਾਬੀ ਮਿੰਟ ਮਿੰਟ ਗੱਪ ਮਾਰ ਦਿੰਦਾ, ਜੇ ਯਾਰ ਮੈਂ ਲੱਗਿਆ ਹੁੰਦਾ ਨਾ ਪ੍ਰਧਾਨ ਮੰਤਰੀ ਉਹਨੂੰ ਤਾਂ ਮਿੰਟ ਮਿੰਟ ਗਾਇਬ ਕਰ ਦੇਣਾ ਸੀ ਕਰੋਨਾ ਕਰਾਨਾ ਯਾਰ। ਅੱਛਾ ਹੁਣ ਇਹ ਸਾਰੀ ਸੱਚਾਈ ਨਹੀਂ ਪ੍ਰੋਪਰ ਹੁੰਦੀ, ਕਿਉਂਕਿ ਆਪਾਂ ਪ੍ਰਧਾਨ ਮੰਤਰੀ ਨਹੀਂ ਬਣ ਸਕਦੇ। ਕੌਣ ਬਣਨਗੇ? ਝੂਠੇ ਲੋਕ ਬਣਨਗੇ ਭਰਾਵਾ, ਚੱਲ ਜਿਨ੍ਹਾਂ ਕੋਲ ਪੈਸਾ ਜ਼ਿਆਦਾ ਉਹ ਬਣਨਗੇ। ਚਲੋ ਉਹਦੇ ਵਿੱਚ ਕੀ ਆ ਗਿਆ, ਪ੍ਰਾਈਮ ਮਿਨਿਸਟਰ ਹੁੰਦਾ, ਆਪਾਂ ਬਣ ਨਹੀਂ ਸਕਦੇ। ਇਹ ਆ ਗਈ ਸਾਨੂੰ ਝੂਠ ਹੈ ਸਾਰਾ ਕੁਛ, ਹੈ ਨਾ। ਜਾਂ ਆਪਾਂ ਸਮਝ ਲਈਏ ਕਿ ਮੈਂ ਤੇਰੇ ਲਈ ਤਾਰੇ ਤੋੜ ਕੇ ਲੈ ਕੇ ਆ ਜਾਊਗਾ। ਠੀਕ ਹੈ, ਹੁਣ ਇਹ ਆਪ ਸੋਚੋ, ਤਾਰੇ ਤੋੜੇ ਨਹੀਂ ਜਾਂਦੇ। ਤਾਰੇ ਦਾ ਤੁਹਾਨੂੰ ਇਹ ਨਹੀਂ ਪਤਾ, ਜੇ ਤੁਸੀਂ ਦੇਖ ਰਹੇ ਹੋ ਉਹ ਕਿੰਨੇ ਟਾਈਮ ਪਹਿਲਾਂ ਤੋਂ ਟੁੱਟ ਵੀ ਗਏ ਹੁਣ ਉਹ, ਕਿਉਂਕਿ ਆਪਾਂ ਨੂੰ ਪਤਾ ਸਟਾਰਸ ਜਿਹੜੀ ਸਟੱਡੀ ਹੈ ਆਪਾਂ ਸਮਝਾਂਗੇ ਕਿ ਉਂਗਲ ਵੀ ਕਰਦੇ ਹਾਂ ਤਾਂ ਉਹ ਡਿਸਟਰਬ ਹੁੰਦੇ ਨੇ ਉਹਨਾਂ ਵੇਲੇ, ਹੈ ਨਾ। ਫਿਜ਼ਿਕਸ 'ਚ ਪੜ੍ਹਿਆ ਹੋਊ, +2 ਦੇ ਵਿੱਚ ਜਾਂ +1 ਦੇ ਵਿੱਚ ਗੱਲ ਹੁੰਦੀ ਇਹ ਕਿ ਉਹਨਾਂ ਬਾਰੇ ਜੇ ਆਪਾਂ ਉਹਨਾਂ ਦੇ ਸਾਹਮਣੇ ਜਾਂ ਉਂਗਲ ਕਰਦੇ ਹਾਂ ਸਟਾਰਸ ਵੱਲ ਤਾਂ ਉਦੋਂ ਵੀ ਡਿਸਟਰਬ ਹੋ ਜਾਂਦੇ ਆ ਸਟਾਰਸ। ਅੱਛਾ ਉਹਦੇ ਵਿੱਚ ਕੀ ਆ, ਝੂਠੀ ਗੱਲਾਂ ਕਿ ਤਾਰੇ ਤੋੜ ਲੈ ਕੇ ਆ ਜਾਂਦੇ, ਤੋੜੇ ਜਾਂਦੇ ਨਹੀਂ ਉਹ ਤਾਂ। ਚਲੋ ਝੂਠੀਆਂ ਗੱਲਾਂ ਹੁੰਦੀਆਂ ਨੇ। ਉਹ ਸੈਂਟੈਂਸਿਸ ਜਦੋਂ ਬਣਾਉਣੇ ਹੋਣ ਇੰਗਲਿਸ਼ ਦੇ ਵਿੱਚ ਤਾਂ ਇਫ ਵੁੱਡ ਵਿਸ਼ ਵੇਲੇ ਯੂਜ਼ ਕੀਤਾ ਜਾ ਸਕਦਾ। ਠੀਕ ਹੈ, ਉਹਨਾਂ ਨੂੰ ਇਸ ਤਰੀਕੇ ਨਾਲ ਯੂਜ਼ ਕਰ ਲਓ, ਤੁਸੀਂ ਬਣਾ ਸਕਦੇ ਹੋ। ਆਪਾਂ 7 ਕਰ ਲਏ ਜੀ ਅੱਜ ਇਹ। ਆਪਾਂ ਫਿਰ ਵੀ ਇੱਕ ਹੋਰ ਕਰਦੇ ਆ, ਆਹ ਵਾਲੀ ਚੀਜ਼ ਵਾਲੀ। ਜੇ ਮੈਂ ਅੰਗਰੇਜ਼ੀ ਸਿੱਖ ਲਵਾਂ ਤਾਂ ਮੈਂ ਵਧੀਆ ਨੌਕਰੀ ਪ੍ਰਾਪਤ ਕਰ ਲਵਾਂ ਜਾਂ ਵਧੀਆ ਜੌਬ ਪ੍ਰਾਪਤ ਕਰ ਲਵਾਂ। ਅੱਛਾ ਜਦੋਂ ਇਹ ਸੈਂਟੈਂਸਿਸ ਆਉਂਦੇ ਨੇ ਉਦੋਂ ਕੀ ਕਰਨਾ, ਇਹ ਸਾਰੇ ਵਿੱਚੋਂ ਆਪਾਂ ਪਹਿਲਾਂ ਚੈੱਕ ਕਰੀਏ। ਮੈਂ ਅੰਗਰੇਜ਼ੀ ਸਿੱਖ ਲਵਾਂ, ਠੀਕ ਹੈ, ਇਹ 'ਚ ਗੱਲ ਜਿਹੜੀ ਹੋਈ ਹੈ ਤੇ ਮੈਂ ਵਧੀਆ ਨੌਕਰੀ ਪ੍ਰਾਪਤ ਕਰ ਲਵਾਂ, ਇਹ 'ਚ ਵਿਸ਼ ਦੀ ਗੱਲ ਹੋਈ ਹੈ ਕਿ ਇਮੈਜੀਨੇਸ਼ਨ ਦੀ ਗੱਲ ਹੋਈ ਹੈ? ਜ਼ਿਆਦਾਤਰ ਕਿ ਲੋਕ ਵਿਸ਼ ਕਹਿਣਗੇ, ਪਰ ਇਮੈਜੀਨੇਸ਼ਨ ਗੱਲ ਹੋਈ ਹੈ। ਮੈਂ ਸੋਚ ਰਿਹਾ ਜੇ ਮੈਂ ਕਿ ਅੰਗਰੇਜ਼ੀ ਸਿੱਖ ਲਵਾਂ
ਤਾਂ ਮੈਂ ਵਧੀਆ ਨੌਕਰੀ ਪ੍ਰਾਪਤ ਕਰ ਲਵਾਂ, ਹੈ ਨਾ, ਕਰ ਲਵਾਂ ਜਾਂ ਕਰ ਸਕਾਂਗਾ। ਚਲੋ ਇਹੋ ਜਿਹਾ ਕੁਛ ਹੋ ਜਦੋਂ, ਤਾਂ ਉਦੋਂ ਕੀ ਲਿਖ ਸਕਦੇ ਆਪਾਂ, ਇਫ ਆਈ ਲਰਨ ਇੰਗਲਿਸ਼ then I would get good job। sentence बन गया, if I learned English then I would get good job। अच्छा, ਜਿਹਦੇ ਵਿੱਚ ਕੀ ਆਪਾਂ ਕਹਾਂਗੇ ਕਿ learned English ਇਹ ਬਣ ਗਿਆ ਸਾਰਾ ਉਹਦੇ ਸੈਂਟੈਂਸ ਚ ਆਇਆ ਜਿਹੜਾ ਆਪਾਂ ਉੱਪਰ ਕਰਕੇ ਇਮੇਜਿਨੇਸ਼ਨ ਵਾਲੀ ਗੱਲ ਕੀਤੀ, ਉਹਨੂੰ ਹੀ ਯੂਜ਼ ਕੀਤਾ ਗਿਆ ਕਿਸੇ ਤਰੀਕੇ ਨਾਲ ਇਹ ਕਿ ਵਿਸ਼ ਦੇ ਵਿੱਚ ਆ ਗਿਆ ਉਹ ਕਿ ਮੈਂ ਅੰਗਰੇਜ਼ੀ ਸਿੱਖ ਲਵਾਂ। ਠੀਕ ਹੈ, ਹੁਣ ਵੈਸੇ ਤਾਂ ਇਹ ਸਮਝੋ ਤੁਸੀਂ ਕਿ ਤੁਹਾਡੇ ਲਈ ਔਖਾ ਹੈ ਵੀ ਝੂਠੀਆਂ ਗੱਲਾਂ ਹੁੰਦੀਆਂ ਮੈਂ ਇੰਗਲਿਸ਼ ਸਿੱਖ ਲਵਾਂ ਵੀ, ਕਿਉਂਕਿ ਬਹੁਤ ਡੂੰਘੀਆਂ ਗੱਲਾਂ ਚੱਲੀ ਇੰਗਲਿਸ਼ ਵਿੱਚ ਸਮਝ ਆਉਣੀ ਔਖੀ ਹੁੰਦੀ ਕਈ ਵਾਰੀ। ਇਫ ਆਈ ਲਰਨਡ ਇੰਗਲਿਸ਼ ਦੈਨ ਆਈ ਵੁੱਡ ਗੈਟ ਗੁੱਡ ਜੋਬ, ਤੇ ਮੈਂ ਕੀ ਹੈ ਜੋਬ ਲੈ ਸਕਦਾ। ਠੀਕ ਹੈ, ਇਹ ਯੂਜ਼ ਹੋ ਗਿਆ ਆਪਣੀ ਸਾਰੀ। ਲਓ ਜੀ, ਸੈਂਟੈਂਸ ਇੱਕ ਤੁਹਾਡਾ ਫੇਵਰੇਟ ਜਿਹੜਾ ਤੁਸੀਂ ਬੋਲਦੇ ਰਹਿੰਦੇ ਹੋ ਆਪਸ 'ਚ, ਜੇਕਰ ਮੈਂ ਚੰਦ 'ਤੇ ਗਿਆ ਤਾਂ ਮੈਂ ਤੁਹਾਡੇ ਵਾਸਤੇ ਤਾਰੇ ਲੈ ਕੇ ਆਵਾਂਗਾ। ਲਓ ਜੀ, ਹੁਣ ਉਹੀ ਸੈਂਟੈਂਸ ਵਿਸ਼ ਦੇ ਵਿੱਚ ਆਪਾਂ ਕਰ ਰਹੇ ਹਾਂ ਕਿ ਵਿਸ਼ ਹੈ ਮੇਰੀ ਕਿ ਮੈਂ ਗਿਆ ਤਾਂ ਮੈਂ ਤੂੰ ਤਾਰੇ ਤੋੜ ਕੇ ਲੈ ਕੇ ਆਊਂਗਾ, ਹਾਂ ਲੈ ਕੇ ਆਊਂਗਾ, ਜਾਂ ਤਾਂ ਉਹ ਸੈਂਟੈਂਸ ਨੂੰ ਬਣਾਵਾਂਗੇ ਆਪਾਂ। ਇਫ ਆਈ ਵੈਂਟ ਟੂ ਦੀ ਮੂਨ, ਠੀਕ ਹੈ, ਆਈ ਵੁੱਡ bring the stars for you। ਲਓ ਜੀ, ਬਣ ਗਿਆ if I went to the moon, ਜੇ ਮੈਂ ਗਿਆ ਚੰਦ ਤੇ I would bring the stars for you, ਆਪਾਂ ਤੁਹਾਡੇ ਲਈ ਕੀ ਤਾਰੇ ਲੈ ਕੇ ਆਵਾਂਗੇ, ਜ਼ਰੂਰ ਲੈ ਕੇ ਆਵਾਂਗੇ, ਛੱਡ ਦੇਂਗੇ ਆਪਾਂ। ਠੀਕ ਹੈ ਜੀ, ਸੈਂਟੈਂਸ ਸਿੱਖਦੇ ਰਹੋ, ਕਰਦੇ ਰਹੋ ਕੁਛ ਨਾ ਕੁਛ, ਆਪਦੇ ਘਰੇ ਵਿਹਲੇ ਬੈਠੇ ਨਾ ਰਹੋ। ਠੀਕ ਹੈ ਜੀ, ਆਪਾਂ ਦੇ ਕੋਈ ਟਾਈਮ ਦਿਨ ਹੈਗਾ ਹੀ ਆਪਣੇ ਕੋਲ ਸਾਰਿਆਂ ਕੋਲ। ਸਾਡੀ ਵੀਡੀਓਜ਼ ਦੇਖਦੇ ਰਹੋ, ਇੰਸਟਾਗ੍ਰਾਮ 'ਤੇ ਪੋਸਟਾਂ ਲਾਈਕ ਕਰਦੇ ਰਹੋ ਅਤੇ ਨਵੀਂ ਚੀਜ਼ਾਂ ਸਿੱਖਦੇ ਰਹੋ। ਠੀਕ ਹੈ ਜੀ, WhatsApp 'ਤੇ ਵੀ ਆਪਾਂ ਕੀ ਹੈ ਫੋਟੋਜ਼ ਵੀਡੀਓ ਸ਼ੇਅਰ ਕਰਦੇ ਰਹਿੰਦੇ ਹਾਂ, ਅਤੇ ਸਬਸਕ੍ਰਾਈਬ ਕਰ ਲਓ ਚੈਨਲ ਨੂੰ, ਸਾਡੇ YouTube ਨੂੰ, ਕਿਉਂਕਿ ਉੱਥੇ ਹੀ ਵੀਡੀਓ ਆਊਗੀ ਜੀ ਇਹ, ਅਤੇ ਉੱਥੇ ਤੁਸੀਂ ਕੀ ਹੋਰ ਵੀਡੀਓਜ਼ ਚੈੱਕ ਕਰ ਸਕਦੇ ਹੋ ਜਿਵੇਂ ਕਿ ਆਪਾਂ YouTube ਚੈਨਲ 'ਤੇ ਦੇਖ ਕੇ ਹਟੇ ਹਾਂ। ਇੰਸਟਾਗ੍ਰਾਮ 'ਤੇ ਰੋਜ਼ ਆਪਾਂ ਕੀ ਵਕੈਬ ਵਰਡਸ ਜਾਂ ਮੀਡੀਅਮਸ ਜਾਂ ਕੋਈ ਨਵੀਂ ਗੱਲ ਪਾਉਣੀ ਹੁੰਦੀ ਆਪਾਂ ਉੱਥੇ ਕੀ ਹੈ ਅਪਡੇਟ ਕਰ ਦਿੰਦੇ ਹਾਂ। ਸਾਰਿਆਂ ਨੇ ਵੀਅਰ ਨੌਲੇਜ ਸਬਸਕ੍ਰਾਈਬ ਕਰ ਲਓ ਅਤੇ ਫੋਲੋ ਕਰ ਲਓ ਸਾਨੂੰ। ਅੱਛਾ, ਤੁਹਾਨੂੰ ਫਾਇਦਾ ਵੀ ਇਹਦਾ ਕੀ ਹੈ, ਕੋਈ ਨਵੀਂ ਚੀਜ਼ ਮਿਲਦੀ ਹੈ, ਇੰਗਲਿਸ਼ ਵਿੱਚ ਕੋਈ ਚੇਂਜਿਸ ਆਉਂਦੇ ਨੇ ਜਾਂ PT ਦਾ ਪੇਪਰ ਹੋ ਰਿਹਾ, ਕਿੱਥੇ ਹੋ ਰਿਹਾ, ਕੀ ਚੱਕਰਾਂ, ਸਾਰਾ ਕੁਛ ਆਪਾਂ ਇੰਸਟਾਗ੍ਰਾਮ 'ਤੇ ਦੱਸਦੇ ਰਿਹਾ ਕਰਾਂਗੇ। ਠੀਕ ਹੈ, ਜ਼ਰੂਰ ਜੀ। ਅੱਛਾ, ਇਸ ਦੇ ਨਾਲ ਹੀ ਕੀ ਹੈ, ਇੱਕ ਨਾ ਆਪਣੇ ਕੋਲ ਡੇਲੀ ਨਿਊਜ਼ ਦਾ ਇੱਕ ਚੀਜ਼ ਚੱਲਦੀ ਰਹਿੰਦੀ ਹੈ, ਉਹ 'ਚ ਮੈਂ ਤੁਹਾਨੂੰ ਡੈਮੋ ਦਿਖਾ ਦੇਣਾ ਕਿਸ ਤਰੀਕੇ ਨਾਲ ਮੈਂ ਨਿਊਜ਼ ਬਣਾ ਕੇ ਦਿੰਦਾ, ਤੁਸੀਂ ਚੈੱਕ ਕਰ ਸਕਦੇ ਹੋ। ਅਗਰ ਸਮਝ ਆਏ ਤੁਹਾਨੂੰ ਵਧੀਆ ਗੱਲ ਹੈ। ਜਿਵੇਂ ਕਿ ਡੇਲੀ ਨਿਊਜ਼ ਹੈ ਇੱਕ ਮੇਰੇ ਕੋਲ, ਇਹ ਪੁਰਾਣੀ ਇੱਕ ਡੈਮੋ ਵਾਸਤੇ ਰੱਖੀ ਹੋਈ ਸੀ, ਡੈਮੋ ਵਰਜ਼ਨ ਹੈ। ਅੱਛਾ, ਜਿਹਨੂੰ ਨਹੀਂ ਸਮਝ ਆਉਂਦੀ ਪਈ ਇਹਦੇ ਵਿੱਚ ਤਾਂ ਕੀ ਉਸ ਵਿੱਚ ਡੈਮੋ ਵਰਜ਼ਨ ਵਾਸਤੇ ਕੀ ਹੈ ਮੈਸੇਜ ਕਰਦੇ, ਮੈਂ ਤੁਹਾਨੂੰ ਡੈਮੋ ਵਰਜ਼ਨ ਦੇ ਦੂੰਗਾ ਕਿਸ ਤਰੀਕੇ ਨਾਲ ਵੀਡੀਓ ਬਣਾਉਣਾ, ਜਾਂ ਸੋਰੀ ਮੈਂ ਤੁਹਾਨੂੰ ਇੱਕ ਨਿਊਜ਼ ਬਣਾ ਕੇ ਦਿਆ ਕਰ ਸਕਦਾ, ਰੋਜ਼ ਦਿੰਦਾ ਜਿਹੜੀ ਮੈਂ ਕਿ ਡੇਲੀ ਨਿਊਜ਼ ਦੇ ਵਿੱਚ ਕੀ ਹੈ ਇੰਗਲਿਸ਼ ਟੂ ਪੰਜਾਬੀ ਮੀਨਿੰਗਸ ਮਿਲਣਗੇ ਤੁਹਾਨੂੰ। ਜਿਵੇਂ ਕਿ ਐਕਟਿਵ COVID-19 ਕੇਸਿਸ ਫਾਲ ਬਾਈ 49% ਆਫ ਦਿਸ ਮੰਥ। ਠੀਕ ਹੈ, ਇੱਕ ਹੈਡਲਾਈਨ ਸੀਗੀ ਜਿਹੜੀ ਕਿ 25 ਤੇ ਡੇਟ ਨੂੰ ਆਈ ਸੀਗੀ, ਜਿਹੜੀ ਕਿ ਮਤਲਬ ਜੂਨ ਦੇ ਮਹੀਨੇ ਦੀ ਗੱਲ ਹੋ ਰਹੀ ਹੈ, ਸੋਰੀ ਜੁਲਾਈ ਮਹੀਨੇ ਦੀ। ਤਾਂ ਉਦੋਂ ਜਿਹੜੀ ਗੱਲ ਇਹ ਸੀਗੀ ਸਾਰੀ ਨਿਊਜ਼ ਇੰਗਲਿਸ਼ ਦੇ ਵਿੱਚ ਸੀਗੀ, ਉਹ ਸਾਰੀ ਦੇ ਮੈਂ ਤੁਹਾਨੂੰ ਨਾਲ ਕਿਹਾ ਔਖੇ ਡਿਫੀਕਲਟ ਵਰਡਸ ਮੀਨਿੰਗ ਦਿੱਤੇ ਨਾਲ ਮੈਂ। ਠੀਕ ਹੈ, ਜਿਹਦੇ ਨਾਲ ਕਿ ਤੁਹਾਨੂੰ ਹਰ ਇੱਕ ਚੀਜ਼ ਦੇ ਵਿੱਚੋਂ ਕਲੀਅਰ ਹੁੰਦੀ ਜਾਊਗੀ। ਇਸ ਤਰੀਕੇ ਨਾਲ ਅਗਰ ਇਹ ਤਾਂ ਡੈਮੋ ਵਰਜ਼ਨ ਹੈ, ਪਰ ਜਿਹੜਾ ਕਿ ਓਰੀਜਨਲ ਵਰਜ਼ਨ ਹੁੰਦਾ ਉਹਦੇ ਵਿੱਚ ਮੈਂ ਇਹ ਸਾਰੀ ਦੀ ਡਿਟੇਲ ਪੰਜਾਬੀ ਦੇ ਵਿੱਚ ਵੀ ਦਿੱਤੀ ਜਾਊਗੀ। ਤੁਹਾਨੂੰ ਜੋ ਲਿਖਿਆ ਹੈ ਫਿਰ ਪੰਜਾਬੀ ਦੀ ਮੀਨਿੰਗ ਦੱਸੂਗਾ ਖੁਦ ਮੈਂ। ਠੀਕ ਹੈ, ਲਿਖੇ ਹੋਏ ਮਿਲਣਗੇ ਤੁਹਾਨੂੰ। ਤੁਸੀਂ ਨਾਲ ਡਿਫੀਕਲਟ ਵਰਡਸ ਦੇ ਵਿੱਚ ਤੁਹਾਨੂੰ ਕੀ ਇੱਕ ਤਾਂ ਪਤਾ ਲੱਗ ਜਾਊਗਾ ਵੀ ਡ੍ਰੌਪਿੰਗ ਦੇ ਵਿੱਚ ਕੀ ਘਟਨਾ, ਕਮਿੰਗ ਡਾਊਨ, ਫਾਲਿੰਗ ਵੀ ਕਿਹਾ ਜਾਂਦਾ। ਇਹ ਚੀਜ਼ਾਂ ਪਤਾ ਲੱਗਦੀ ਰਹਿਣਗੇ, ਹੈ ਨਾ, ਵੀ ਸਿਨੋਨਿਮਸ ਕੀ ਹੁੰਦੇ ਨੇ ਉਹ ਪਤਾ ਲੱਗ ਜਾਣਗੇ। ਹਰ ਇੱਕ ਚੀਜ਼ ਦੇ ਨਾਲ ਜਿਹੜੀਆਂ ਜ਼ਰੂਰੀ ਹੋਣਗੀਆਂ ਜਿੱਦਾਂ ਪਤਾ ਲੱਗ ਜਾਂਦੀਆਂ। ਹਾਂ, ਇਹ ਮੈਂ ਪੇਡ ਜ਼ਰੂਰ ਦਿੰਦਾ ਵੀਰੇ, ਐਵੇਂ ਕਹਿਣਾ ਮੈਂ ਪੋਸਟ ਪਾਈ ਹੋਈ ਹੈ ਕਿ ਕਿਸੇ ਨੂੰ PDF ਫਾਈਲ ਚਾਹੀਦੀ ਹੋਵੇ ਜਿਹੜੀ ਕਿ ਨਿਊਜ਼ ਦੀ ਹੁੰਦੀ ਹੈ, ਹੈਡਲਾਈਨਸ ਰੋਜ਼ ਜਿਹੜੀਆਂ ਆਉਂਦੀਆਂ ਨੇ ਉਹ ਮੈਂ ਸ਼ੇਅਰ ਕਰਦਾ, ਜਿਹੜੀਆਂ ਤੁਹਾਨੂੰ ਮਿਲ ਸਕਦੀਆਂ ਨੇ। ਠੀਕ ਹੈ, PDF ਫਾਈਲ ਮਿਲ ਜੂਗੀ ਤੁਹਾਨੂੰ ਕਿ 5 ਰੁਪਏ ਦੀ ਹੈ ਰੋਜ਼। ਮੈਂ ਵੀ ਜਿਹੜਾ ਕਿ ਛੋਟਾ ਜਿਹਾ ਅਮਾਊਂਟ ਰੱਖੀ ਹੈ ਜਿਹਦੇ ਨਾਲ ਕਿ ਬੰਦਾ ਜਿਹੜਾ ਪੜ੍ਹਨ ਵਾਲਾ ਹੋਗਾ ਉਹੀ ਲਊਗਾ,
ਫਾਲਤੂ ਐਵੇਂ ਨਾ ਕੋਈ ਚੱਕ ਕੇ ਵੀ ਲੈ ਜਾ, ਮੈਂ ਫ੍ਰੀ ਰੱਖਦਾ, ਮੰਗਾ ਲੈਂਦੇ ਅਗਲੇ, ਪੜ੍ਹਦੇ ਨਹੀਂ ਗੇ ਰੋਜ਼। 5 ਰੁਪਏ ਤੁਹਾਨੂੰ ਪਤਾ ਹੋਊਗਾ 5 ਦਿੱਤੇ ਨੇ ਵੀ ਜੇ ਚੁੱਪ ਕਰਕੇ ਪੜ੍ਹ ਵੀ ਲਵਾਂ ਮੈਂ, ਹੈ ਨਾ। ਅੱਛਾ, ਜਿਹਦੇ 'ਚ 5 ਵੀ ਤਾਂ ਲਿੱਤੇ ਗਏ ਸਿਰਫ ਇਹਦੇ ਕਰਕੇ ਕਿ ਤੁਹਾਨੂੰ ਕੀ ਤੁਸੀਂ ਜੇ ਲਓਗੇ ਇੱਕ ਵਾਰੀ, ਹੈ ਨਾ, ਅਮਾਊਂਟ ਗਈ ਹੋਊਗੀ ਨਾ, ਤੁਹਾਨੂੰ ਪਤਾ ਵੀ ਲੱਗੂ ਇੱਕ ਤਾਂ ਆਪਾਂ ਨੂੰ ਪੈਸੇ ਮੁੜਦੇ ਕਿ ਆਪਾਂ ਨੂੰ ਮੀਨਿੰਗ ਸਮਝ ਆਈ ਜਾਂਦੇ ਆ, ਠੀਕ ਹੈ। ਇੱਕ ਦੂਸਰਾ ਕੀ ਆ, ਜਿਹੜੇ ਬੰਦੇ ਨੇ ਲਿੱਤੇ ਹੋਣਗੇ ਤਾਂ ਉਹਨੂੰ ਪਤਾ ਹੋਊਗਾ ਵੀ ਕੀ ਯਾਰ ਪੈਸੇ ਦਿੱਤੇ, ਪੜ੍ਹਨਾ ਵੀ ਜ਼ਰੂਰੀ ਆ, ਤਾਂ ਪੜੂਗਾ ਵੀ ਅਗਲਾ, ਠੀਕ ਹੈ। ਤੁਸੀਂ ਕੀ ਆ ਲੈ ਸਕਦੇ ਹੋ ਫਾਈਲ ਨੂੰ, ਪੇਟੀਐਮ ਕਰ ਦਿਓ, ਜੀਪੇ ਕਰੋ, ਕੈਸ਼ ਕਰੋ, ਜਿਹਨੂੰ ਵੀ ਚਾਹੀਦਾ ਮੈਨੂੰ ਕੀ ਮੈਸੇਜ ਕਰ ਦਿੱਤਾ ਜਾਵੇ। ਆਹ ਨੰਬਰ ਦੇ ਉੱਤੇ ਤੁਸੀਂ ਮੈਨੂੰ ਮੈਸੇਜ ਕਰ ਦਿਓ। ਜੇ ਅਗਰ PDF ਫਾਈਲ ਚਾਹੀਦੀ ਹੋਵੇ, ਕੋਈ ਵੀ ਤੁਹਾਨੂੰ ਡੈਮੋ ਵਰਜ਼ਨ ਚਾਹੀਦੀ, ਇੱਕ ਵਾਰੀ ਦੇ ਦੂੰਗਾ, ਸਮਝ ਲਓ ਉਹਨੂੰ ਕਿਵੇਂ ਕੀਤਾ ਹੋਇਆ। ਜੇ ਸਮਝ ਆਉਂਦਾ ਤਾਂ ਵੈਲ ਐਂਡ ਗੁੱਡ ਹੈ, ਤੇ ਆਪਾਂ ਜਿਹੜੇ ਰੋਜ਼ਾਨਾ ਜਿਹੜੀ ਡਿਊਜ਼ ਆਉਂਦੀ ਹੈ ਤੁਸੀਂ ਲੈਂਦੇ ਰਹੋ। ਹਾਂ, ਮੇਰੇ ਕੋਲ ਤਕਰੀਬਨ ਹੁਣ ਜਿਹੜੇ ਚੱਲਦੇ ਨੇ ਮੇਰੇ ਕੋਲ ਕੱਲ 45 ਵਿਕੀਆਂ ਨੇ ਮੇਰੇ ਕੋਲੋਂ, ਤਾਂ ਵਧੀਆ ਕੰਮ ਹੈ ਕਿ ਸਾਰਿਆਂ ਨੇ ਲੈ ਵੀ ਰਹੇ ਨੇ। ਚਲੋ ਪਹਿਲੇ ਦਿਨ ਠੀਕ ਹੈ, ਮੇਰੇ ਕੋਲ 13 ਵਿਕੀਆਂ ਨੇ, ਫਿਰ ਦੂਜੇ ਦਿਨ ਕੀ ਹੈ 17 ਗਈ, ਫਿਰ 23 ਗਈ। ਹਾਂ, ਗਰੋਥ ਹੋ ਰਹੀ ਹੈ, ਵਧੀਆ, ਗੁੱਡ ਹੈ ਕੰਮ। ਤੁਸੀਂ ਵੀ ਕੀ ਲੈ ਕੇ ਪੜ੍ਹ ਸਕਦੇ ਹੋ, ਠੀਕ ਹੈ। ਵੀ ਆਰ ਨੌਲੇਜ, ਤੁਸੀਂ ਕੀ ਸਬਸਕ੍ਰਾਈਬ ਕਰ ਲਓ, ਫੋਲੋ ਕਰ ਲਓ, ਜੋ ਪਸੰਦ ਆ ਵੀ ਦੱਬੀ ਤੇ ਜਾਊਗਾ। ਥੈਂਕ ਯੂ ਫॉर ਬੀਇੰਗ ਵਿਦ ਅਸ।